ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਅਸੀਂ ਗੱਲਬਾਤ ਕਰਨ ਲਈ ਇਲੈਕਸ਼ਨ ਤੋਂ ਪਹਿਲਾਂ ਸਾਡਾ ਅੱਜ ਸ਼ੁੱਕਰਵਾਰ ਨੂੰ ਇਹ ਆਖਰੀ ਪ੍ਰੋਗਰਾਮ ਆ। ਇਹਦੇ ਵਿੱਚ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਇਲੈਕਸ਼ਨਸ ਬਾਰੇ। ਜਿੱਦਣ ਇਲੈਕਸ਼ਨ ਅਨਾਊਂਸ ਹੋਊ ਸੀ ਜਾਂ ਅਨਾਊਂਸ ਹੋਣ ਤੋਂ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਸੀ ਇਸ ਵਿੱਚ ਇਹਦੇ ਬਾਰੇ ਗੱਲਬਾਤ ਕਿ ਕੀ ਹੋਊਗਾ। ਉਸ ਦਿਨ ਤੇ ਅੱਜ ਦਿਨ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਆਪਾਂ ਉਦਣ ਕੀਤੀਆਂ ਸੀ ਬਹੁਤਾ ਜ਼ਿਆਦਾ ਫਰਕ ਨਹੀਂ ਲੱਗਦਾ। ਬਹੁਤ ਸਾਰੇ ਮੁੱਦੇ ਉੱਠੇ, ਬਹੁਤ ਸਾਰੇ ਮੁੱਦੇ ਦਬ ਗਏ। ਕਈ ਕੁਛ ਜਿਹੜਾ ਐਕਸਪੈਕਟਡ ਸੀ ਉਹ ਹੋਇਆ, ਕਈ ਕੁਛ ਜਿਹਦੀ ਆਸ ਨਹੀਂ ਸੀ ਉਹ ਹੋਇਆ। ਲਾ ਪਾ ਕੇ ਅੱਜ ਤੱਕ ਦੀ ਜਿਹੜੀ ਗੱਲ ਹੁਣ ਤੱਕ ਦੀ ਸਾਹਮਣੇ ਆਉਂਦੀ ਆ ਕਿ ਲਿਬਰਲ ਪਾਰਟੀ ਨੇ ਮੈਜੋਰਿਟੀ ਲੈਣ ਦੇ ਲਈ ਇਲੈਕਸ਼ਨ ਕਰਵਾਈ ਸੀ। ਉਹਨਾਂ ਦੀ ਕੈਲਕੂਲੇਸ਼ਨ, ਉਹਨਾਂ ਦੇ ਨੰਬਰ, ਉਹਨਾਂ ਦੇ ਅੰਕੜੇ ਸਾਰਾ ਕੁਝ ਦੱਸਦਾ ਸੀ ਕਿ ਜੇ ਇਸ ਵੇਲੇ ਇਲੈਕਸ਼ਨ ਹੋ ਜਾਵੇ ਜਿੱਤ ਜਾਣਾ, ਮੈਜੋਰਿਟੀ ਆ ਜਾਣੀ। ਲੋਕ ਇੰਨੇ ਜ਼ਿਆਦਾ ਜਿਹੜੇ ਕੋਵਿਡ ਤੋਂ ਬਾਅਦ ਕੋਵਿਡ ਨੂੰ ਜਿਸ ਤਰ੍ਹਾਂ ਹੈਂਡਲ ਕੀਤਾ ਪ੍ਰਧਾਨ ਮੰਤਰੀ ਨੇ ਔਰ ਜਿਹੜੀ ਉਹਦੀ ਫੰਡਿੰਗ ਆਈ ਆ ਲੋਕਾਂ ਨੂੰ, ਲੋਕ ਉਹਦੇ ਤੋਂ ਖੁਸ਼ ਨੇ ਤੇ ਲੋਕਾਂ ਨੇ ਵੋਟ ਪਾ ਦੇਣੀ। ਜਿੰਨੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਵੀ ਇਹ ਸਾਰੇ ਕੁਛ ਦੇ ਵਿੱਚ ਹੋਈਆਂ ਸੀ ਉਹਨਾਂ ਦੇ ਨਤੀਜੇ ਲਗਭਗ ਇਹੀ ਦੱਸਦੇ ਸੀ ਕਿ ਉਹ ਪਾਰਟੀ ਜਿੱਤ ਗਈ। ਪਰ ਹੁਣ ਹਾਲਾਂਕਿ ਸੋਮਵਾਰ ਨੂੰ ਇਲੈਕਸ਼ਨ ਹੋਣੀ ਹੈ, ਉਸ ਤੋਂ ਬਾਅਦ ਨਤੀਜੇ ਆ ਜਾਣੇ ਸ਼ਾਮ ਨੂੰ। ਉਸ ਦਿਨ ਵੀ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਕਰਾਂਗੇ ਤੇ ਪਰ ਹੁਣ ਤੱਕ ਜਿਹੜੀ ਗੱਲਬਾਤ ਲੱਗਦੀ ਆ ਉਹ ਇਹ ਲੱਗਦੀ ਆ ਕਿ ਜੇ ਇਸ ਆਸ਼ੇ ਨੂੰ ਲੈ ਕੇ ਲਿਬਰਲ ਪਾਰਟੀ ਨੇ ਇਲੈਕਸ਼ਨ ਕਰਾਈ ਸੀ ਉਹ ਪੂਰਾ ਹੁੰਦਾ ਲੱਗਦਾ ਨਹੀਂ। ਐਰਨ ਓਟੂਲ ਜਿਹੜੇ ਬਹੁਤ ਅਨਪੋਪੂਲਰ ਜਾਂ ਲੀਡਰ ਲੱਗਦੇ ਸੀ ਉਹ ਇੱਕ ਵੱਡੇ ਲੀਡਰ ਵਜੋਂ ਉੱਪਰੇ ਆ। ਜਗਮੀਤ ਸਿੰਘ ਦੀ ਐਜ਼ ਅ ਲੀਡਰ ਪੋਪੂਲੈਰਿਟੀ ਬਹੁਤ ਵਧੀ ਆ। ਜਸਟਿਨ ਟਰੂਡੋ ਹੋਰੀ ਕਿਸੇ ਵੱਡੇ ਵਿਵਾਦ ਦੇ ਵਿੱਚ ਨਹੀਂ ਆਏ, ਕੋਈ ਬਹੁਤ ਵੱਡੀ ਇੱਦਾਂ ਦੀ ਗਲਤੀ ਨਹੀਂ ਹੋਈ, ਕੋਈ ਇੱਦਾਂ ਦਾ ਲਿਬਰਲ ਪਾਰਟੀ ਨੇ ਕੀਤਾ ਨਹੀਂ। ਪਰ ਪਤਾ ਨਹੀਂ ਕਿਉਂ ਜਿਹੜੇ ਅੰਕੜੇ ਦੱਸ ਰਹੇ ਆ ਉਹ ਦੱਸਦੇ ਆ ਕਿ ਲਿਬਰਲ ਪਾਰਟੀ ਦੇ ਬਰਾਬਰ ਕੰਜ਼ਰਵੇਟਿਵ ਪਾਰਟੀ ਆ ਗਈ ਹੈ। ਜੇ 144 ਸੀਟਾਂ ਲਿਬਰਲ ਨੂੰ ਮਿਲਦੀਆਂ ਤਾਂ ਜਿਹੜੀਆਂ 126 130 ਕੰਜ਼ਰਵੇਟਿਵ ਨੂੰ ਮਿਲਦੀਆਂ, 32 ਸੀਟਾਂ ਦੱਸ ਰਿਹਾ ਕਿ ਐਨਡੀਪੀ ਨੂੰ, 32 ਬਲਾਕ ਵਿਕਵਾ ਨੂੰ। ਇੱਥੇ ਸਾਰੇ ਅੰਕੜੇ ਰਹਿ ਰਹੇ। ਹੁਣ ਸਮੀਕਰਨ ਕੀ ਬਣਨੀ ਆ ਪਤਾ ਨਹੀਂ। ਇਹ ਜਿਹੜੀਆਂ ਗਿਣਤੀ ਤੁਹਾਨੂੰ ਦੱਸੀ ਆ ਵੀ ਸਾਡੇ ਅੰਦਾਜ਼ੇ ਹੀ ਆ, ਜਿਹੜੇ ਮਾਹਰ ਦੱਸ ਰਹੇ ਆ, ਪੋਲੀਟੀਕਲ ਐਨਾਲਿਸਟ ਕੈਨੇਡਾ ਦੇ ਦੱਸ ਰਹੇ ਆ, ਉਹ ਲਗਭਗ ਇੱਥੇ ਕੀ ਸਾਰਾ ਕੁਝ ਦੱਸ ਰਿਹਾ। ਅੱਜ ਦੀ ਤਰੀਕ ਦੇ ਵਿੱਚ ਕੀ ਹੁੰਦਾ ਸੋਮਵਾਰ ਨੂੰ ਪਤਾ ਲੱਗਣਾ। ਅੱਜ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਸਦਾ ਗੁਰਪ੍ਰੀਤ ਸਿੰਘ ਹੋਣਾ ਨੂੰ ਤੇ ਸਦਾ ਬਲਦੀਪ ਸਿੰਘ ਹੋਣਾ ਨੂੰ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਜੀ, ਬਲਦੀਪ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਸਿੰਘ ਜੀ, ਜਿੱਦਣ ਆਪਾਂ ਪ੍ਰੋਗਰਾਮ ਕੀਤਾ ਸੀ ਹਜੇ ਅਨਾਊਂਸਮੈਂਟ ਹੋਣ ਨੂੰ ਫਿਰਦੇ ਸੀ, ਗੱਲਬਾਤ ਸੁਣਦੇ ਸੀ ਵੀ ਲਿਬਰਲ ਨੇ ਇਲੈਕਸ਼ਨ ਅਨਾਊਂਸ ਕਰ ਦੇਣੀ ਆ। ਕਿੰਨਾ ਕੁ ਸਥਿਤੀ ਦੇ ਵਿੱਚ ਫਰਕ ਆਇਆ ਵੀ ਕਿਹੜੀ ਪਾਰਟੀ ਦੀ ਪੋਪੂਲੈਰਿਟੀ ਕਿੰਨੀ ਕਾ? ਫਰਕ ਜਿਹੜਾ ਹੈ ਜੀ ਉਹ ਅੰਕੜਿਆਂ ਦੇ ਹਿਸਾਬ ਦੇ ਨਾਲ ਤਾਂ ਨਹੀਂ ਹੈਗਾ ਫਰਕ ਕੋਈ ਏਡਾ ਖਾਸ। ਪਰ ਜਿਹੜਾ ਉਦੋਂ ਇਹ ਸੋਚ ਰੱਖੀ ਜਾ ਰਹੀ ਸੀਗੀ ਕਿ ਲਿਬਰਲ ਸਰਕਾਰ ਦੀ ਮੈਜੋਰਿਟੀ ਆ ਜਾਣੀ, ਅਦਰਵਾਈਜ਼ ਇਲੈਕਸ਼ਨ ਕਰਾਉਣ ਦਾ ਕੋਈ ਮਤਲਬ ਹੀ ਨਹੀਂ ਸੀ। ਜੀ ਜੀ ਬਿਲਕੁਲ, ਹੈ ਨਾ। ਸੋ ਉਹਨਾਂ ਨੇ ਵੀ ਇਸ ਆਸ ਦੇ ਨਾਲ ਹੀ ਇਲੈਕਸ਼ਨ ਜਿਹੜੀ ਕਾਲ ਕੀਤੀ ਸੀਗੀ ਤੇ ਲੋਕਾਂ ਨੂੰ ਵੀ ਲੱਗਦਾ ਸੀਗਾ ਵੀ ਜੇ ਹੁਣ ਏਡੀ ਵੱਡੀ ਪਾਰਟੀ ਇਹਨਾਂ ਦੇ ਅੰਦਰਲੇ ਸਰਵੇਖਣ ਹੋਣਗੇ, ਸੋ ਕਿਸੇ ਗੱਲ ਕਰਕੇ ਇਹ ਜਿਹੜਾ ਆ ਚੋਣ ਕਰਾ ਰਹੇ ਆ। ਸੋ ਉਦੋਂ ਇਹੀ ਲੱਗਦਾ ਸੀਗਾ ਕਿ ਮੈਜੋਰਿਟੀ ਆ ਜਾਣੀ ਆ। ਜਿਹੜੇ ਅੱਜ ਦੇ ਅੰਕੜੇ ਆ, ਚਾਹੇ ਉਹ ਕਿਸੇ ਵੀ ਚੈਨਲ ਦੇ ਨੇ, ਚਾਹੇ ਉਹ ਕਿਸੇ ਅਖਬਾਰ ਦੇ ਨੇ, ਚਾਹੇ ਉਹ ਕਿਸੇ ਵੈਸੇ ਪ੍ਰੋਜੈਕਸ਼ਨ ਜਿਹੜੀਆਂ ਸਿਆਸੀ ਮਾਹਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਉਹ ਨੇ, ਕਿਸੇ ਵੀ ਪਾਰਟੀ ਨੂੰ ਬਹੁਮਤ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ। ਤਕਰੀਬਨ 19 ਕੁ ਸੀਟਾਂ ਜਿਹੜੀਆਂ ਪਿਛਲੀ ਵਾਰੀ ਸੀਗੀਆਂ, 2-4 ਇੱਧਰ ਉੱਧਰ ਹੋ ਕੇ ਉੱਥੇ ਗੱਲ ਰਹਿਣ ਦੀ ਜਿਹੜੀ ਆ ਉਹ ਉਮੀਦ ਹੈਗੀ ਆ। ਸੋ ਇਹਦੇ ਵਾਸਤੇ ਇਹ ਵੀ ਦੇਖਣਾ ਪੈਣਾ ਕਿ ਕਿਉਂ ਹੋਇਆ। ਆਪਾਂ ਉਦੋਂ ਵੀ ਇਹ ਗੱਲ ਕਰਦੇ ਸੀ ਵੀ ਕੀ ਹੋਣਾ ਆ। ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਇਹ ਜਿਹੜੀਆਂ ਸਬਾਈ ਚੋਣਾਂ ਹੋਈਆਂ ਉਹਨਾਂ ਵੱਲ ਦੇਖ ਕੇ ਇਹ ਫੈਸਲਾ ਕੀਤਾ ਗਿਆ ਵੀ ਲੋਕੀ ਭੁੱਲ ਜਾਂਦੇ ਹੁੰਦੇ, ਵੀ ਲੋਕਾਂ ਨੇ ਭੁੱਲ ਜਾਣਾ ਵੀ ਇੰਨੀਆਂ ਮਹਿੰਗੀਆਂ ਇਲੈਕਸ਼ਨਾਂ ਜਿਹੜੀਆਂ ਆ ਇਹ ਕਿਉਂ ਕਰਵਾਈਆਂ ਗਈਆਂ। ਅਤੇ ਉੱਥੇ ਲੋਕਾਂ ਨੇ ਇਸ ਵਾਰੀ ਗਲਤ ਸਾਬਤ ਕਰਤਾ। ਲੋਕ ਅਖੀਰ ਤੱਕ ਅੱਜ ਤੱਕ ਵੀ ਇਹ ਗੱਲ ਭੁੱਲੇ ਨਹੀਂ ਹੈਗੇ ਵੀ ਇਹ ਚੋਣਾਂ ਕਰਵਾਉਣ ਦੀ ਲੋੜ ਨਹੀਂ ਸੀਗੀ ਅਤੇ ਬਿਨਾਂ ਵਜ੍ਹਾ ਚੋਣਾਂ ਜਿਹੜੀਆਂ ਕਰਵਾਈਆਂ ਗਈਆਂ। 600 ਤੋਂ ਲੈ ਕੇ $900 ਮਿਲੀਅਨ ਤੱਕ ਦਾ ਖਰਚਾ ਕੈਨੇਡੀਅਨ ਟੈਕਸ ਪੇਅਰਜ਼ ਸਿਰ 'ਤੇ ਪਾਇਆ ਜਾ ਰਿਹਾ ਅਤੇ ਇਹ ਮੁੱਦਾ ਹਾਲੇ ਤੱਕ ਵੀ ਲੋਕਾਂ ਦੇ ਦਿਮਾਗਾਂ ਵਿੱਚ ਹੈਗਾ। ਬਾਕੀ ਜੇ ਆਪਾਂ ਪਿਛਲੀਆਂ ਚੋਣਾਂ ਦਾ ਇਤਿਹਾਸ ਦੇਖੀਏ, ਜਿਹੜੀਆਂ ਪਿਛਲੀਆਂ 6 ਫੈਡਰਲ ਚੋਣਾਂ ਹੋਈਆਂ ਉਹਨਾਂ ਦੇ ਜਿਹੜੇ ਨਤੀਜੇ ਆ ਉਹਨਾਂ ਦੇ ਵਿੱਚ ਸਿਰਫ 2 ਵਾਰੀ ਮੈਜੋਰਟੀ ਸਰਕਾਰ ਬਣੀ ਹੈ, 4 ਵਾਰੀ ਮਿਨੋਰਟੀ ਸਰਕਾਰ ਹੀ ਬਣੀ ਹੈ। 2 ਵਾਰੀ ਹਾਰਪਰ ਹੋਣਾ ਦੀ, 2 ਵਾਰੀ ਇਹਨਾਂ ਦੀ। ਸੋ ਹੁਣ ਇਹ ਜਿਹੜੀ 5ਵੀਂ ਬਣ ਜਾ ਰਹੀ ਹੈ 7ਵੀਂ ਇਲੈਕਸ਼ਨ ਦੇ ਵਿੱਚ, ਇਹ ਵੀ ਆਸ ਇਹੀ ਹੈ ਕਿ 5ਵੀਂ ਵੀ ਮਿਨੋਰਟੀ ਹੀ ਬਣੂਗੀ ਕਿਉਂਕਿ ਲੋਕੀ ਗਿੱਝ ਗਏ ਆ ਮਿਨੋਰਟੀ ਸਰਕਾਰ ਦੇ ਨਾਲ ਰਹਿਣਾ ਵੀ। ਬਲਦੀਪ ਸਿੰਘ ਜੀ, ਤੁਹਾਡੀ ਕੀ ਰਾਏ ਆ ਇਹ ਸਾਰੇ ਕੁਝ ਬਾਰੇ ਜਿਹੜੇ ਸਿਆਸੀ ਮਾਹਰ ਗੱਲਾਂ ਬਾਤਾਂ ਦੱਸ ਰਹੇ ਜਾਂ ਤੁਹਾਡਾ ਕੀ ਅੰਦਾਜ਼ਾ? ਇਹ ਗੱਲਾਂ ਲਗਭਗ ਸਹੀ ਲੱਗਦੀਆਂ? ਇਸ ਕਾਰਨ ਦੇਖੋ, ਜਦੋਂ ਜੇਕਰ ਜਸਟਿਨ ਟਰੂਡੋ ਨੂੰ ਦੇਖੀਏ 2015 'ਚ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਸੀ 63% ਸੀਗੀ, ਵੈਰੀ ਹਾਈ ਜੀ। ਅਤੇ ਹੁਣ ਜਦੋਂ ਉਹਦੀ ਅਪਰੂਵਲ ਰੇਟਿੰਗ ਦੇਖਦੇ ਹਾਂ ਜਸਟ 33% ਜਾਂ 35% ਆ। ਸੋ ਕਹਿਣ ਦਾ ਮਤਲਬ ਜਿਹੜਾ ਗ੍ਰਾਫ ਆ 2015 'ਚ ਜਾਂ 2019 ਤੋਂ ਲੈ ਕੇ ਹੁਣ ਤੱਕ ਉਹ ਥੱਲੇ ਆਇਆ। ਸੋ ਲੋਕ ਉਹਨਾਂ ਨੂੰ ਇੱਕ ਇਸ ਨਜ਼ਰੀਏ ਨਾਲ ਵੀ ਦੇਖਦੇ ਪਏ ਕਿ ਵਾਕਈ ਕਿ ਇਲੈਕਸ਼ਨ ਦੀ ਕੀ ਲੋੜ ਸੀ ਜਾਂ ਸਾਰਾ ਕੁਝ ਕੰਮ ਉਸ ਤਰੀਕੇ ਨਾਲ ਚੱਲ ਰਿਹਾ ਸੀਗਾ।
ਸੋ ਜਿਹੜੀ ਮੈਜੋਰਟੀ ਵਾਸਤੇ ਉਹਨਾਂ ਨੇ ਸਾਰਾ ਪਾਪੜ ਵੇਲਿਆ ਜੀ, ਜੋ ਸਵਾਰਥ ਉਹਨਾਂ ਨੇ ਕੀਤਾ। ਹੁਣ ਜਦੋਂ ਇਲੈਕਸ਼ਨ ਕੰਪੇਨ ਸ਼ੁਰੂ ਹੋਈ ਸੀਗੀ ਉਦੋਂ ਲਿਬਰਲ ਪਾਰਟੀ ਨੂੰ 155 ਸੀਟਾਂ ਮਿਲ ਰਹੀਆਂ ਸੀਗੀਆਂ ਜੀ। ਤੇ ਹੁਣ ਜਿਹੜੀਆਂ ਗ੍ਰਾਫ ਘਟ ਕੇ 145 ਹੋ ਗਿਆ। ਸੋ ਇਸ ਕਰਕੇ ਲਿਬਰਲ ਪਾਰਟੀ ਨੂੰ ਹੁਣ ਸੋਚਣ ਦੀ ਲੋੜ ਹੈ ਕਿ ਇਹ ਕਾਰਨ ਕੀ ਹੋਇਆ ਕਿ ਜਿਹੜੀਆਂ ਸੀਟਾਂ ਸਾਡੀਆਂ ਵੱਧਦੀਆਂ ਸੀ, ਅਸੀਂ ਤੇ 166 170 177 ਤੱਕ ਜਾ ਰਹੇ ਸੀ, ਹੁਣ ਇੱਕਦਮ ਅਸੀਂ 145 ਤੇ ਆ ਗਏ। ਸੋ ਲੱਗਦਾ ਜਿਹੜੇ ਮੁੱਦੇ ਸੀ ਕੋਵਿਡ ਜਿਹੜਾ ਸਰਵ ਵਗੈਰਾ ਦੀ ਆਪਾਂ ਗੱਲ ਕਰਦੇ, ਸ਼ਾਇਦ ਉਹ ਬਾਹਲਾ ਰੋਟੇਟ ਨਹੀਂ ਹੋਇਆ ਲੋਕਾਂ ਦੇ ਮਨ ਦੇ ਵਿੱਚ ਕਿ ਜਿਹਦਾ ਉਹਨਾਂ ਨੂੰ ਬੈਨੀਫਿਟ ਲੈਣਾ ਚਾਹੁੰਦੇ ਸੀਗੇ। ਸੋ ਮੁੱਦੇ ਜਿਹੜੇ ਹੋਰ ਸੀਗੇ ਉਹ ਉਹਨਾਂ ਦੇ ਉੱਤੇ ਕਾਫੀ ਹਾਵੀ ਹੋ ਗਏ, ਜਿਹਦੇ ਕਰਕੇ ਐਰੀਨਾ ਟੂਲ ਜਿਹਨਾਂ ਨੂੰ ਪਹਿਲਾਂ ਲੋਕੀ ਜਸਟ 40% ਲੋਕ ਹੀ ਮਸਾਂ ਉਹਨਾਂ ਦੀ ਅਪਰੂਵਲ ਸੀਗੀ ਜੀ, ਹੁਣ ਉਹ ਸਗੋਂ 55-57% ਤੇ ਪਹੁੰਚ ਗਏ ਆ। ਸੋ ਉਹ ਜਿਹੜਾ ਗੈਪ ਹੈਗਾ ਉਹ ਤਾਂ ਵਧਣ ਤੇ ਘਟਣ 'ਚ ਦੇਖਿਆ ਕਿਉਂਕਿ ਉਹ ਲੋਕਾਂ ਨੂੰ ਇੰਪ੍ਰੈਸ ਨਹੀਂ ਕਰ ਸਕੇ ਜਸਟਨ ਟਰੂਡੋ ਕਿ ਉਹਨਾਂ ਦੀਆਂ ਪ੍ਰਾਪਤੀਆਂ ਕੀ ਸੀਗੀਆਂ, ਜਦਕਿ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਜਿਵੇਂ PPC ਹੋ ਗਈ ਜਾਂ NDP ਹੋ ਗਈ ਜਾਂ ਐਰੀਨੋ ਟੂਲ ਹੋ ਗਏ, ਉਹਨਾਂ ਦੇ ਸਾਹਮਣੇ ਲੋਕ ਉਹਨਾਂ ਨੂੰ ਕੰਪੇਅਰ ਕਰਕੇ ਦੇਖਦੇ ਆ ਕਿ ਸ਼ਾਇਦ ਸਾਨੂੰ ਕਿਸੇ ਨਾ ਕਿਸੇ ਵੱਖਰੇ ਆਲਟਰਨੇਟ ਦੀ ਲੋੜ ਹੈ। ਗੁਰਪ੍ਰੀਤ ਸਿੰਘ ਜੀ, ਜਿਹੜੀਆਂ ਇਹ ਪਾਰਟੀਆਂ ਦੀ ਸਮੀਕਰਨ ਆ, ਜੇ NDP ਦੇ ਜਗਮੀਤ ਸਿੰਘ ਪਪੂਲਰ ਹੋ ਰਹੇ ਆ, ਜੇ ਉਹਨਾਂ ਦੀਆਂ ਸੀਟਾਂ ਵਧਦੀਆਂ ਉਹਦਾ ਨੁਕਸਾਨ ਕੀ ਹੋਊਗਾ, ਤੇ ਜਿਹੜੀ ਦੂਜੀ PPC ਆ ਜਿਹੜੇ ਉਹਨਾਂ ਦੀ ਬਣੀ ਨਹੀਂ ਸੀ ਕੰਜ਼ਰਵੇਟਿਵ ਦੇ ਨਾਲ ਤੇ ਉਹਨਾਂ ਨੇ ਅਲੱਗ ਪਾਰਟੀ ਬਣਾ ਲਈ ਸੀ, ਤੇ ਉਹ ਮੈਨੂੰ ਲੱਗਦਾ ਵੀ ਬਣੀ ਇਸ ਕਰਕੇ ਸੀ ਵੀ ਅਸੀਂ ਕੰਜ਼ਰਵੇਟਿਵ ਨੂੰ ਹਰਾਉਣਾ ਆ। ਇਹ ਸਮੀਕਰਨ ਕਿੱਦਾਂ ਰਹੂਗੀ ਵੱਖ-ਵੱਖ ਜਿਹੜੀ ਰੇਟਿੰਗ ਦੇ ਨਾਲ? ਇੱਕ ਪੱਕੀ ਰਾਏ ਹੈਗੀ ਹੈ ਕਿ ਜਿਹੜੀ NDP ਆ ਉਹ ਤੇ ਜਿਹੜੀ ਲਿਬਰਲ ਇਹਨਾਂ ਦੀ ਨੀਤੀਆਂ ਬਹੁਤ ਹੱਦ ਤੱਕ ਸੇਮ ਹੈਗੀਆਂ, ਸੋਚਣੀ ਸੇਮ ਆ, ਕੁਝ ਗੱਲਾਂ ਦਾ ਫਰਕ ਹੈਗਾ ਆ। ਹਰ ਵਾਰੀ ਇੱਦਾਂ ਹੀ ਹੁੰਦਾ ਕਿ ਚੋਣਾਂ ਤੋਂ 2 ਮਹੀਨੇ ਪਹਿਲਾਂ ਜਿਹੜੀ ਆ NDP ਦੀ ਰੇਟਿੰਗ ਬੜੀ ਹਾਈ ਹੁੰਦੀ ਹੈ, ਕਿ 22-23% 25% ਤੱਕ ਪਪੂਲੈਰਿਟੀ ਰਹੀ ਆ। ਹੁਣ ਅਖੀਰਲੇ ਹਫ਼ਤੇ ਜਾ ਕੇ ਉਹ 18-18.5% ਤੇ NDP ਰਹਿ ਗਈ ਆ। ਸੋ NDP ਜਿਹੜੀ ਆ ਉਹ ਵੋਟ ਭੰਨਦੀ ਆ ਲਿਬਰਲ ਪਾਰਟੀ ਦੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਅਖੀਰ ਦੇ ਉੱਤੇ ਜਾ ਕੇ NDP ਸਮਰਥਕ ਜਿਹੜੇ ਆ ਉਹ ਇਹ ਸੋਚਣ ਲੱਗ ਪੈਂਦੇ ਵੀ ਸਾਡੀ ਸਰਕਾਰ ਤਾਂ ਬਣਨੀ ਨਹੀਂ, ਵੀ ਕਿਉਂ ਨਾ ਅਸੀਂ ਲਿਬਰਲ ਨੂੰ ਵੋਟਾਂ ਜਿਹੜੀਆਂ ਪਾ ਦਈਏ, ਇਹ ਨਾ ਹੋਵੇ ਕੰਜ਼ਰਵੇਟਿਵ ਆ ਜਾਵੇ। ਸੋ ਜਿੱਦਾਂ ਇੱਕ ਡਰ ਮਨ ਦੇ ਵਿੱਚ ਆ ਵੀ ਕੰਜ਼ਰਵੇਟਿਵ ਨਾਲ ਤਾਂ ਫਿਰ ਲਿਬਰਲ ਹੀ ਚੰਗੇ ਆ। ਇਸ ਕਰਕੇ ਹਰ ਵਾਰੀ ਇਹੀ ਹੁੰਦਾ ਕਿ ਅਖੀਰ ਦੇ ਵਿੱਚ ਆ ਕੇ ਜਿਹੜੀ NDP ਦੀ ਪਰਸੈਂਟੇਜ ਆ ਲਿਬਰਲ ਵੱਲ ਨੂੰ ਝੁਕ ਜਾਂਦੀ ਆ, ਤੇ ਲਿਬਰਲ ਜਿਹੜੀ 25% ਤੇ ਸੀਗੀ ਉਹ 32 ਤੇ ਹੋ ਗਈ ਆ, ਤੇ NDP ਜਿਹੜੀ 25 ਤੇ ਸੀਗੀ ਉਹ 18 ਦੇ ਉੱਤੇ ਹੋ ਗਈ ਆ। ਸੋ ਇਹ ਉਸ ਦਾ ਨਤੀਜਾ ਹੈਗਾ। ਦੂਜੇ ਪਾਸੇ ਜਿਹੜੀ ਕੰਜ਼ਰਵੇਟਿਵ ਪਾਰਟੀ 'ਚ ਟੁੱਟ ਕੇ ਬਣੀ ਆ PPC ਮੈਕਸਿਮ ਬਰਨੇ ਵਾਲਿਆਂ ਦੀ, ਉਹ ਗੇਨ ਕਰ ਰਹੀ ਹੈ ਜੀ ਇਸ ਵੇਲੇ ਕਾਫੀ। ਬੇਸ਼ੱਕ ਸੀਟ ਉਹ ਆਪਣੀ ਇਕੱਲੀ ਹੀ ਜਿੱਤ ਸਕਣ, ਇੱਕ ਸੀਟ ਦਾ ਇਹਨਾਂ ਨੂੰ ਕਿਹਾ ਜਾ ਰਿਹਾ ਵੀ ਸ਼ਾਇਦ ਇੱਕ ਸੀਟ ਜਿਹੜੀ ਕੁਬੈਕ ਵਿਚਲੀ ਆਪਣੀ ਜਿੱਤ ਜਾਣ, ਪਰ ਉਹਨੇ ਕੰਜ਼ਰਵੇਟਿਵ ਪਾਰਟੀ ਦੀ ਵੋਟ ਜ਼ਰੂਰ ਭੰਨਣੀ ਹੈ ਜੀ। ਇਸ ਵੇਲੇ ਉਹ 6.1% ਪਪੂਲੈਰਿਟੀ ਦੇ ਉੱਤੇ ਚੱਲ ਰਹੇ ਆ, ਜਿੰਨੀ ਕਿ ਬਲਾਕ ਕੁਬੈਕ ਦੀ ਜਿਹੜੀ ਪਪੂਲੈਰਿਟੀ ਹੈਗੀ ਆ। ਸੋ ਜ਼ਾਹਰ ਤੌਰ ਦੇ ਉੱਤੇ ਜਿਹੜਾ NDP ਨੇ ਨੁਕਸਾਨ ਆ ਉਹ ਲਿਬਰਲ ਨੂੰ ਪਹੁੰਚਾਉਣਾ ਆ, ਜਿਹੜੀ PPC ਆ ਉਹਨੇ ਨੁਕਸਾਨ ਜਿਹੜਾ ਕੰਜ਼ਰਵੇਟਿਵ ਨੂੰ ਪਹੁੰਚਾਉਣਾ ਆ। ਅਸਲ ਗੱਲ ਕੀ ਆ ਕਿ ਅਟਲਾਂਟਿਕ ਕੈਨੇਡਾ ਤੇ ਜਿਹੜਾ ਈਸਟਰਨ ਕੈਨੇਡਾ ਆ, ਇਹਨਾਂ ਦੇ ਵਿੱਚ ਤਕਰੀਬਨ ਮੈਂ ਦੇਖ ਰਿਹਾ ਜੀ 35 ਤੋਂ ਲੈ ਕੇ 50 ਸੀਟਾਂ ਜਿਹੀਆਂ ਆ ਜਿੱਥੇ ਕਿ ਜਿੱਤ ਹਾਰ ਦਾ ਮਾਰਜਨ ਜਿਹੜਾ 3% ਦੀ ਵੋਟਾਂ ਨੇ ਕਰਨਾ, ਵੀ ਉਹ ਬੰਦੇ ਇੰਨੀਆਂ ਕੁ ਵੋਟਾਂ ਦੇ ਫਰਕ ਨਾਲ ਜਿੱਤਣੇ ਹੈਗੇ ਆ। ਤੇ ਉੱਥੇ ਜਿਹੜੀ ਆ ਹਜੇ ਵੀ 13 ਤੋਂ 15% ਲੋਕ ਅਨਡਿਸਾਈਡਡ ਜਿਹੜੇ ਆ ਸਰਵੇਖਣਾਂ ਵਿੱਚ ਹੈਗੇ ਆ, ਜਿਨ੍ਹਾਂ ਨੇ ਹਜੇ ਤੈਅ ਨਹੀਂ ਕੀਤਾ ਵੀ ਵੋਟ ਕਿੱਧਰ ਪਾਉਣੀ ਆ। ਸੋ ਕਿਹੜਾ ਮਾਹਰ ਹੁਣ ਉਹਨਾਂ ਦੇ ਦਿਮਾਗ ਨੂੰ ਪੜ੍ਹ ਲਊਗਾ ਵੀ ਉਹਨਾਂ ਨੇ ਵੋਟ ਜਿਹੜੀ ਕਿੱਧਰ ਪਾਉਣੀ ਆ। ਜਿਹੜੇ ਅੰਦਾਜ਼ੇ ਨੇ ਇਹ ਸਰਵੇਖਣ ਆ, ਬੇਸ਼ੱਕ ਬਹੁਤੀ ਵਾਰੀ ਇਹ ਸਹੀ ਹੁੰਦੇ ਆ, ਹੋ ਸਕਦਾ ਇਸ ਵਾਰੀ ਵੀ ਸਹੀ ਹੋਣ, ਪਰ ਉਹ ਜਿਹੜੇ ਲੋਕ ਜਿਹਨਾਂ ਨੇ ਹਜੇ ਡਿਸਾਈਡ ਨਹੀਂ ਕੀਤਾ, ਤੇ ਉਹ ਸੀਟਾਂ ਜਿਹੜੀਆਂ ਇੰਨੀਆਂ 35 ਤੋਂ 50 ਹੈਗੀਆਂ ਜਿੱਥੇ ਮਾਰਜਨ ਬਹੁਤ ਥੋੜ੍ਹਾ ਜਿੱਤ ਹਾਰ ਦਾ, ਉਹ ਕੋਈ ਵੀ ਕਰਿਸ਼ਮਾ ਜਿਹੜਾ ਆ ਦਿਖਾ ਸਕਦੀਆਂ ਆ। ਇਹ ਇੱਕ ਵੱਡੀ ਗੱਲ ਹੈਗੀ ਆ ਵੀ ਜੇ ਕੋਈ ਪਾਸਾ ਪਲਟ ਜਾਂਦਾ ਤਾਂ ਉਹ ਜਿਹੜੀਆਂ ਸੀਟਾਂ ਆ ਉਹ ਪਾਉਣਗੀਆਂ। ਬਾਕੀ ਪਤਾ ਹੀ ਆ ਵੀ BC ਦੇ ਵਿੱਚ NDP ਦੀਆਂ ਸੀਟਾਂ ਵੱਧ ਜਾਣੀਆਂ ਆ, ਤੇ ਅਲਬਰਟਾ ਵਿੱਚ ਪੱਕਾ ਹੀ ਆ ਵੀ ਕੰਜ਼ਰਵੇਟਿਵ ਦੀਆਂ ਸੀਟਾਂ ਵਧਣੀਆਂ। ਬਾਕੀ ਜਿਹੜਾ ਅਸਰ ਹੋਣਾ ਆ ਉਹ ਪਤਾ ਵੀ ਕੁਬੈਕ ਦੇ ਵਿੱਚ ਵੀ ਠੀਕ ਠੀਕ ਰਹਿਣਾ ਕੰਮ। ਅਟਲਾਂਟਿਕ ਕੈਨੇਡਾ ਨੇ ਤੇ ਈਸਟਰਨ ਕੈਨੇਡਾ ਨੇ ਕਿੰਨੀ ਜਿਹੜੀ ਆ ਫਰਕ ਪਾਉਣਾ ਉਹ 'ਤੇ ਨਿਰਭਰ ਕਰਦਾ। ਪੰਜਾਬੀ ਬਹੁ ਗਿਣਤੀ ਵਾਲੇ ਜਿਹੜੇ ਇਲਾਕੇ ਆ ਉੱਥੇ ਲਿਬਰਲ ਨੇ ਜਿੱਤਣਾ ਆ, ਇਹ ਪੱਕੀ ਗੱਲ ਆ ਕਿ ਪੰਜਾਬੀ ਜਿਹੜੇ ਆ ਉਹ ਪਹਿਲਾਂ ਵੀ ਲਿਬਰਲ ਪਾਰਟੀ ਮਗਰ ਸੀਗੇ। ਇੱਕ ਟਰੂਡੋ ਦਾ ਉਹ ਪਤਾ ਨਹੀਂ ਪਰਸਨਲੀ ਬੜਾ ਮਾਣ ਸਨਮਾਨ ਕਰਦੇ ਆ ਵੀ ਇਹਨੇ ਸਾਡੇ ਲਈ ਬਹੁਤ ਕੀਤਾ, ਸਤਿਕਾਰ ਕਰਦੇ ਆ, ਹੈ ਨਾ। ਸੋ ਉਹ ਜਿਹੜੀ ਵੋਟ ਜਾਣੀ ਆ। ਕੁਝ ਹੋਰ ਕਮਿਊਨਿਟੀਜ਼ ਹੈਗੀਆਂ ਇਮੀਗ੍ਰੈਂਟ ਕਮਿਊਨਿਟੀਜ਼, ਉਹਨਾਂ ਨੇ ਵੀ ਹੀ ਲਿਬਰਲ ਪਾਰਟੀ ਨੂੰ ਵੋਟਾਂ ਪਾਉਣੀਆਂ, ਪਰ ਜਦੋਂ ਅਸੀਂ ਆਪਣੀ ਕਮਿਊਨਿਟੀ ਤੋਂ ਬਾਹਰ ਨਿਕਲ ਕੇ ਜਾ ਕੇ ਗੱਲ ਕਰਦੇ ਆ ਪਤਾ ਫੇਰ ਲੱਗਦਾ। ਸੋ ਜਿੱਥੇ ਬਹੁ ਗਿਣਤੀ ਪੰਜਾਬੀ ਆ ਉੱਥੇ ਲਿਬਰਲ ਪਾਰਟੀ ਨੇ ਜਿੱਤ ਜਾਣਾ ਆ, ਪਰ ਜਿੱਥੇ ਬਹੁ ਗਿਣਤੀ ਪੰਜਾਬੀ ਨਹੀਂ ਹੈਗੇ, ਹੋਰ ਕਮਿਊਨਿਟੀਜ਼ ਨੇ ਜਿੱਥੇ ਕਦੇ ਪੰਜਾਬੀ ਗਏ ਤੱਕ ਨਹੀਂ ਗੀ, ਉਹਨਾਂ ਨੇ ਡਿਸਾਈਡ ਕਰਨਾ ਜੀ। ਤੇ ਇਹ ਗੱਲ ਬਿਲਕੁਲ ਹੈਗੀ ਆ ਕਿ NDP ਨੇ ਲਿਬਰਲ ਨੂੰ ਦੀ ਵੋਟ ਭੰਨਣੀ ਆ, PPC ਨੇ ਜਿਹੜੀ ਆ ਉਹ ਕੰਜ਼ਰਵੇਟਿਵ ਦੀ ਵੋਟ ਭੰਨਣੀ ਆ। ਇੱਕ ਇਹ ਗੱਲ ਸਮਝਣ ਵਾਲੀ ਆ ਕਿ ਇੱਥੇ ਭਾਰਤ ਵਾਂਗੂ ਗੱਠਜੋੜ ਨਹੀਂ ਹੁੰਦੇ। ਜਿਵੇਂ ਭਾਰਤ ਵਿੱਚ ਗੱਠਜੋੜ ਕਰਕੇ ਨਾਲੇ ਸਰਕਾਰ ਜਿਹੜੀ ਆ ਬਣਾਈ ਜਾਂਦੀ ਆ, ਇੱਥੇ ਰੁਝਾਨ ਜਿਹੜਾ ਆ ਉਹ ਨਹੀਂ ਹੈਗਾ। ਇੱਥੇ ਜਿਹੜੀ ਮੈਜੋਰਟੀ ਪਾਰਟੀ ਵੱਡੀ ਪਾਰਟੀ ਹੁੰਦੀ ਆ, ਜੇ ਕੋਈ ਸਭ ਤੋਂ ਵੱਧ MP ਆ, ਉਹ ਸਰਕਾਰ ਬਣਾ ਜਾਂਦੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਮੁੱਦਿਆਂ ਦੇ ਉੱਤੇ ਸਮਰਥਨ ਜਿਹੜਾ ਲਿਆ ਜਾਂਦਾ, ਜਿਵੇਂ ਕਿ ਜਿਹੜੀ ਹੁਣ ਸਰਕਾਰ ਚੱਲਦੀ ਆ ਇਹ ਲੈਂਦੀ ਆਈ ਆ।
ਸੋ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਰਕਾਰ ਜਿਹੜੀ ਆ ਕਿਸੇ ਮੁੱਦੇ ਉੱਤੇ ਮੰਨ ਲਓ ਵੀ ਸਹਿਮਤ ਨਹੀਂ ਹੁੰਦੇ ਬਾਕੀ ਜਾਣੇ, ਉਦੋਂ ਸਰਕਾਰ ਭਰੋਸੇ ਦੇ ਵੋਟ ਦੇ ਉੱਤੇ ਟੁੱਟ ਜਾਂਦੀ ਹੈ। ਹਾਲਾਂਕਿ ਇਸ ਵੇਲੇ ਉਹਨੇ ਆਪਣੀ ਬਿਨਾਂ ਮਰਜ਼ੀ ਤੋਂ ਹੀ ਤੋੜ ਲਈ ਜਿਹੜੀ ਹੈ ਨਾ, ਪਰ ਉਹ ਗੱਲ ਕੀ ਹੈ ਕਿ ਉਹੀ ਸਿਸਟਮ ਚੱਲੀ ਜਾਂਦਾ। ਹੁਣ ਜਿਹੜੀ ਗੱਲ ਮੇਨ ਉੱਥੇ ਖੜੀ ਹੈ ਕਿ ਵੱਧ MP ਕਿਹੜੇ ਚੁਣੇ ਜਾਂਦੇ ਆ। ਜੇ ਤਾਂ ਲਿਬਰਲ ਪਾਰਟੀ ਦੇ ਚੁਣੇ ਜਾਂਦੇ, ਜਿਹੋ ਕਿ ਆਸ ਸਰਵੇਖਣ ਦਿਖਾ ਰਹੇ ਆ, ਤਾਂ ਲਿਬਰਲ ਸਰਕਾਰ ਬਣਾਉਣਗੇ। ਤੇ ਜੇ ਕਿਤੇ ਕੰਜ਼ਰਵੇਟਿਵ ਦੇ ਚੁਣੇ ਗਏ ਤਾਂ ਕੰਜ਼ਰਵੇਟਿਵ ਜਿਹੜੀ ਆ ਸਰਕਾਰ ਬਣਾਊਗੀ। ਤੇ ਐਤਕੀ ਇੱਕ ਗੱਲ ਇਹ ਵੀ ਹੈ ਕਿ ਸ਼ਾਇਦ ਕੋਈ ਰੋਕ ਨਹੀਂ ਹੈਗੀ, ਤੁਸੀਂ ਗੱਠਜੋੜ ਕਰ ਨਹੀਂ ਸਕਦੇ। ਕੋਈ ਅਜਿਹਾ ਫਾਰਮੂਲਾ ਵੀ ਜਿਹੜਾ ਕੱਢ ਲਿਆ ਜਾਵੇ ਕਿ ਕੰਜ਼ਰਵੇਟਿਵ ਵਾਲੇ ਕਹਿਣਗੇ ਲਿਬਰਲ ਦੀਆਂ ਇਕੱਲਿਆਂ ਦੀਆਂ ਸੀਟਾਂ ਸਾਡੇ ਨਾਲ ਵੱਧ ਆ, ਪਰ ਅਸੀਂ ਬਲੋਕ ਨਾਲ ਰਲ ਕੇ ਜਿਹੜਾ ਸਾਡਾ ਗੱਠਜੋੜ ਵੱਡਾ ਆ, ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ। ਅਜਿਹੀਆਂ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ। ਮੁੱਦੇ ਐਤਕੀ ਕਿਹੜੇ ਰਹੇ ਬਲਦੀਪ ਸਿੰਘ ਜੀ ਇਲੈਕਸ਼ਨ ਦੇ ਵਿੱਚ? ਕਈ ਮੁੱਦੇ ਜਿਹੜੇ ਸੀਗੇ ਉਹ ਚਰਚਾ ਦੇ ਵਿੱਚ ਹੈ, ਔਰ ਸਭ ਤੋਂ ਵੱਡੀ ਗੱਲਬਾਤ ਜਿਹੜੀ ਇੱਕ ਜਸਟਿਨ ਟਰੂਡੋ ਦੀ ਕੈਂਪੇਨ ਨੂੰ ਇੱਧਰ ਉੱਧਰ ਕਰਦੀ ਸੀਗੀ, ਜਿਹੜੇ ਵੈਕਸੀਨ ਨਾ ਲਵਾਉਣ ਵਾਲੇ ਸੀਗੇ। ਇੱਕ ਦਿਨ ਇੱਥੋਂ ਤੱਕ ਗੱਲਬਾਤ ਚੱਲੇਗੀ ਵੀ ਉਹਨੇ ਬਜਰੀ ਵੀ ਉਹਨਾਂ ਦੇ ਉੱਤੇ ਸਿੱਟੀ। ਕਿਹੜੀਆਂ ਮੁੱਦੇ ਜਿਹੜੇ ਸੀਗੇ ਇਸ ਕੈਂਪੇਨ ਦੇ ਦੌਰਾਨ ਜ਼ਿਆਦਾ ਭਾਰੂ ਰਹੇ ਤੁਹਾਨੂੰ ਲੱਗਦਾ ਜੀ? ਦੇਖੋ, ਜਿਹੜਾ ਕੋਵਿਡ ਦਾ ਮੁੱਦਾ ਸੀ, ਉਹ ਜਿਵੇਂ ਹੁਣ ਅਲਬਰਟਾ ਦੇ ਵਿੱਚ ਜਿਹੜਾ ਆਪਾਂ ਇਸ਼ੂ ਦੇ ਦੇਖ ਰਹੇ ਹਾਂ ਜੀ, ਜਿਸ ਤਰੀਕੇ ਨਾਲ ਹੁਣ ਅਲਬਰਟਾ ਦੇ ਵਿੱਚ ਲਿਬਰਲ ਪਾਰਟੀ ਨੂੰ ਪਿਛਲੀ ਵਾਰੀ ਇੱਕ ਵੀ ਸੀਟ ਨਹੀਂ ਮਿਲੀ, ਜਦ ਕਿ 2015 ਵਿੱਚੋਂ 4 ਸੀਟਾਂ ਉੱਥੇ ਉਹਨਾਂ ਨੂੰ ਮਿਲੀਆਂ ਸੀ। ਸੋ ਉਹ ਇੱਕ ਬਹੁਤ ਵੱਡਾ ਨੈਗੇਟਿਵ ਪੁਆਇੰਟ ਸੀਗਾ। ਹੁਣ ਜਦੋਂ ਜੈਸਨ ਕੈਨੀ ਹੋਣਾ ਵੱਲੋਂ ਜੋ ਕੋਵਿਡ ਦੇ ਨਾਲ ਜਿਹੜੀ ਸਥਿਤੀ ਸੀ ਨਜਿੱਠੀ ਗਈ, ਉਸ ਜਿਹੜੀ ਬਾਲ ਨੂੰ ਹੈਗੀ ਆ ਉਹ ਰੋਲ ਕਰਨ ਦੇ ਵਾਸਤੇ ਜਸਟਿਨ ਟਰੂਡੋ ਪੂਰਾ ਆਪਣਾ ਦਿਲ ਲਗਾ ਰਹੇ ਆ, ਕਿਉਂਕਿ ਲੋਕਾਂ ਵੱਲੋਂ ਕਾਫੀ ਉਸ ਚੀਜ਼ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਕਿ ਜਿਹੜਾ ਕੋਵਿਡ ਵਿੱਚ ਉਹਨਾਂ ਨੂੰ ਵੈਕਸੀਨ ਪਾਸਪੋਰਟ ਹੈ ਜਾਂ ਜਦੋਂ ਮੈਂਡੇਟਰੀ ਕਰ ਰਹੀ ਕ੍ਰਿਮੀਨਲ ਕੋਡ ਬਣਾਉਣਾ, ਲੋਕ ਉਸ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਵੇਖ ਰਹੇ ਆ ਜੀ। ਸੋ ਉਹ ਵੀ ਇੱਕ ਮੁੱਦਾ ਜਿਹੜਾ ਹੈਗਾ ਕਾਫੀ ਹੈਵੀ ਹੋ ਰਿਹਾ। ਆਮ ਲੋਕਾਂ ਦੇ ਵਿੱਚ ਜਿਹੜੇ ਮੇਨ ਮੁੱਦੇ ਹੈ ਜੀ, ਕਲਾਈਮੇਟ ਚੇਂਜ ਇੱਕ ਬਿਗ ਇਸ਼ੂ ਆ, ਕਾਸਟ ਆਫ ਲਿਵਿੰਗ, ਅਫੋਰਡੇਬਿਲਿਟੀ, ਇਹ ਸਭ ਤੋਂ ਜਿਹੜਾ ਹੈਵੀਐਸਟ ਇਸ਼ੂ ਹੈ ਇਸ ਵੇਲੇ ਉਹ ਹੈਗਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਪਲੱਸ ਜਿਹੜਾ ਹੈਲਥ ਕੇਅਰ ਆ ਐਂਡ ਫਾਰਮਾ ਕੇਅਰ ਦੀ ਗੱਲ ਹੋ ਰਹੀ ਆ, ਜੌਬਸ ਦੀ। ਪਰ ਜਿਹੜੇ ਦੇਖੋ ਜਿਹੜੀ ਗੱਲ ਹੈ ਮੋਸਟਲੀ ਤੌਰ 'ਤੇ ਜਿਹੜੀ ਪਬਲਿਕ ਸੇਫਟੀ ਹੈਗੀ ਆ, ਉਹਦੇ ਬਾਰੇ ਗੱਲ ਬਹੁਤ ਥੋੜ੍ਹੀ ਹੋ ਰਹੀ ਆ, ਰਾਈਟ। ਬਹੁਤ 10% ਲੋਕ ਹੀ ਜਿਹੜੇ ਉਹਦੇ ਬਾਰੇ ਗੱਲ ਕਰ ਰਹੇ ਆ। ਸੋ ਉਹ ਕਿਤੇ ਨਾ ਕਿਤੇ ਥੱਲੇ ਦੱਬਿਆ ਗਿਆ। ਬਾਕੀ ਇਕੋਨਮੀ, ਐਨਵਾਇਰਨਮੈਂਟ, ਕਲਾਈਮੇਟ ਚੇਂਜ ਐਂਡ ਕਾਸਟ ਆਫ ਲਿਵਿੰਗ, ਇਹ ਜਿਹੜੇ ਮੁੱਦੇ ਹੈਗੇ ਲੋਕਾਂ ਦੇ ਦਿਮਾਗ 'ਤੇ ਕਾਫੀ ਹੈਵੀ ਹੈਗੇ ਜੀ। ਗੁਰਪ੍ਰੀਤ ਸਿੰਘ ਜੀ, ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਸੀਗੇ ਜਿਹੜੇ ਕਾਫੀ ਇੱਥੇ ਚਰਚਾ ਦੇ ਵਿੱਚ ਰਹੇ ਆ? ਜਾਂ ਮੋਸਟਲੀ ਤਾਂ ਜਿਹੜਾ ਅਖੀਰ ਤੱਕ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਇਹ ਮੁੱਦਾ ਸਭ ਤੋਂ ਵੱਡਾ ਬਣਿਆ ਰਿਹਾ ਵੀ ਇਲੈਕਸ਼ਨਾਂ ਕਰਾਉਣ ਦੀ ਲੋੜ ਕੀ ਸੀਗੀ। ਉਸ ਤੋਂ ਬਾਅਦ ਕਰੋਨਾ ਜਿਹੜਾ ਆ ਉਹਨੂੰ ਹੈਂਡਲ ਕਰਨ ਦੀ ਗੱਲ ਚੱਲਦੀ ਰਹੀ ਆ, ਗਨ ਕੰਟਰੋਲ ਦੀ ਗੱਲ ਜਿਹੜੀ ਉਹ ਬਹੁਤ ਚੱਲੀ ਆ, ਐਂਟੀ ਵੈਕਸਰ ਦੇ ਪ੍ਰੋਟੈਸਟ ਜਿਹੜੇ ਆ ਵੱਡਾ ਮੁੱਦਾ ਰਿਹਾ। ਤੇ ਜਿਹੜੀ ਗਨ ਵਾਇਲੈਂਸ ਹਿੰਸਾ ਦੀ ਗੱਲ ਸੀਗੀ ਉਹ ਬਹੁਤ ਘੱਟ ਹੋਈ ਹੈ ਜੀ। ਹਾਊਸਿੰਗ ਅਫੋਰਡੇਬਿਲਟੀ ਦੇ ਉੱਤੇ ਵੱਡੇ ਵੱਡੇ ਬਿਆਨ ਦੇਣੇ ਪਏ ਆ, ਕਿਉਂਕਿ ਹੁਣ ਘਰ ਤਾਂ ਹਰੇਕ ਨੇ ਲੈਣ ਲਈ ਰਹਿਣਾ ਹੈਗਾ, ਚਾਹੇ ਇੱਧਰਲੇ ਜੰਪਲ ਬੱਚੇ ਸੀਗੇ ਤੇ ਚਾਹੇ ਬਾਹਰੋਂ ਆਏ ਇਮੀਗ੍ਰੈਂਟ ਸੀਗੇ, ਉਹ ਵੱਡਾ ਮੁੱਦਾ ਸੀਗਾ। ਤੇ ਤਿੰਨੇ ਪਾਰਟੀਆਂ ਨੂੰ ਚਾਹੇ ਕੈਪੀਟਲ ਗੇਨ ਵਧਾਉਣ ਦੇ ਉੱਤੇ, ਚਾਹੇ ਘਰਾਂ ਦੀ ਸਪਲਾਈ ਵਧਾਉਣ ਦੇ ਉੱਤੇ, ਚਾਹੇ ਮੌਰਗੇਜ ਦੇ ਉੱਤੇ, ਤੇ ਚਾਹੇ ਫੋਰਨ ਵਾਇਰ ਦੇ ਉੱਤੇ ਬਕਾਇਦਾ ਜਿਹੜੀਆਂ ਨੀਤੀਆਂ ਬਿਆਨ ਕਰਨੀਆਂ ਪਈਆਂ। ਸੋ ਜਿਹੜੀ ਚਾਈਲਡ ਕੇਅਰ ਦਾ ਮੁੱਦਾ ਹੈ ਉਹ ਵੀ ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਉਭਾਰਿਆ ਗਿਆ। ਤੇ ਜੇ ਮੈਂ ਇਹ ਹੈਗੇ ਜਨਰਲ ਪਬਲਿਕ ਦੇ ਮੁੱਦੇ ਜਿਹੜੇ ਆ, ਜੇ ਤੁਸੀਂ ਪੰਜਾਬੀਆਂ ਦੀ ਗੱਲ ਕਰੋ ਤਾਂ ਪੰਜਾਬੀਆਂ ਦੇ ਕੋਲ ਬਾਹਲੇ ਵੱਡੇ ਮੁੱਦੇ ਹੈ ਨਹੀਂ ਗੇ ਸੀਗੇ। ਉਹਨਾਂ ਨੂੰ ਤਾਂ ਬਸ ਇਹੀ ਹੈ ਜੀ, ਬਸ ਵੀ ਵੋਟਾਂ ਆ ਗਈਆਂ ਤੇ ਵੋਟਾਂ ਪਾਉਣੀਆਂ ਆ। ਪੰਜਾਬੀਆਂ ਦੇ ਵਿੱਚੋਂ ਸੌਰੀ ਟੂ ਸੇ ਬਹੁਤ ਥੋੜ੍ਹੀ ਪਰਸੈਂਟੇਜ ਆ ਜਿਨ੍ਹਾਂ ਦੇ ਵਾਸਤੇ ਮੇਨ ਸਟਰੀਮ ਵਾਲੇ ਮੁੱਦੇ ਜਿਹੜੇ ਸੀਗੇ। ਅਦਰਵਾਈਜ਼ ਤਾਂ ਇਹੀ ਮੁੱਦਾ ਸੀਗਾ ਵੀ ਆਪਣੇ ਕੌਣ ਖੜਾ ਆ, ਕਿਹਨੂੰ ਵੋਟ ਪਾਉਣੀ ਆ, ਇੱਕ ਦੂਏ ਨੂੰ ਪੁੱਛੀ ਜਾਂਦੇ ਆ। ਮੁੱਦਿਆਂ ਦੇ ਆਧਾਰ 'ਤੇ ਕੋਈ ਗੱਲ ਹੀ ਹੈ ਨਹੀਂ ਗੀ, ਠੀਕ ਹੈ। ਤੇ ਜਾਂ ਵੀ ਜੇ ਜਿੱਧਰ ਕਹਿ ਦਿੱਤਾ ਕਿਸੇ ਨੇ ਵੀ ਹਾਂ ਆਪਾਂ ਉੱਧਰ ਵੋਟ ਪਾਉਣੀ ਆ, ਉੱਧਰ ਪਾ ਦੇਣੀ ਆ। ਸੋ ਇਸ ਗੱਲ ਦਾ ਜਿਹੜਾ ਥੋੜ੍ਹਾ ਜਿਹਾ ਹੱਲੇ ਵੀ ਦੇਖਿਆ ਜਾ ਰਿਹਾ, ਮਾੜੀ ਗੱਲ ਆ ਪਰ ਇਹ ਸੱਚ ਹੈ। ਬਲਦੀਪ ਸਿੰਘ ਜੀ, ਰੁਝਾਨ ਕੁਝ ਵੱਧ ਰਿਹਾ ਹੁਣ ਲੋਕਾਂ ਦਾ ਇੱਥੇ ਦੀ ਪੋਲੀਟਿਕਸ ਦੇ ਵਿੱਚ ਦਿਲਚਸਪੀ ਲੈਣ ਦਾ, ਜਿਹੜੇ ਖਾਸ ਕਰ ਪੰਜਾਬੀ ਆ ਆਪਾਂ, ਕਿ ਬਿਨਾਂ ਸ਼ੱਕ ਮਤਲਬ ਮੈਂਬਰ ਪਾਰਲੀਮੈਂਟ, ਮਿਨਿਸਟਰ, ਸਾਰਾ ਕੁਛ ਹੈਗਾ। ਜਿਹੜਾ ਆਮ ਬੰਦਾ ਆ ਉਹਦਾ ਦਿਲਚਸਪੀ ਕੁਝ ਵੱਧਦੀ ਅੱਗੇ ਨਾਲੋਂ? ਦੇਖੋ, ਜਿਹੜੇ ਤਾਂ ਆਪਾਂ ਜਿਹੜੇ ਪੰਜਾਬੀ ਹੈਗੇ ਜਿਹੜੇ ਤੇ ਮੈਚਿਓਰ ਹੋ ਕੇ ਉੱਥੋਂ ਆਏ, ਉਹਨਾਂ ਦਾ ਕੁਦਰਤੀ ਗੱਲ ਹੈ ਕਿ ਉਹ ਤੇ ਪ੍ਰੋਐਕਟਿਵ ਆਲਰੇਡੀ ਪੋਲੀਟਿਕਸ ਦੇ ਵਿੱਚ ਹੈ ਹੀ ਆ। ਅਤੇ ਉਹ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈਗੀ ਉਹਨਾਂ ਨੂੰ ਵੀ ਐਕਟਿਵ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਜਿਵੇਂ ਗੁਰਪ੍ਰੀਤ ਨਾਲ ਉਹ ਗੱਲ ਕਰਦੇ ਕਿ ਜਿਹੜੇ ਮੁੱਦੇ ਆ ਜੀ, ਜੇਕਰ ਤੇ ਅਸੀਂ ਮੁੱਦਿਆਂ 'ਤੇ ਸਿਆਸਤ ਕਰੀਏ ਫਿਰ ਤੇ ਅਸੀਂ ਉਸ ਟੌਪਿਕ ਦੇ ਉੱਤੇ ਅਸੀਂ ਤਾਂ ਬਹੁਤ ਪਿੱਛੇ ਆ। ਅਸੀਂ ਬੰਦਿਆਂ ਦੀ ਸਿਆਸਤ ਕਰਦੇ ਹਾਂ, ਨਾ ਕਿ ਮੁੱਦਿਆਂ ਦੀ। ਜਿਹੜੀ ਮੇਨ ਸਟਰੀਮ ਕਮਿਊਨਿਟੀ ਹੈਗੀ, ਕਈ ਵਾਰ ਤਾਂ ਪਾਰਟੀ ਨੂੰ ਤਾਂ ਵੋਟ ਪੈਂਦੀ ਆ, ਕਈ ਵਾਰ ਬੰਦਿਆਂ ਨੂੰ ਵੋਟ ਹੀ ਪੈਂਦੀ ਆ। ਜਿਹੜੀਆਂ ਮੇਨ ਸਟਰੀਮ ਹੈਗੀ ਉਹ ਜਿਹੜੀ ਪਲੇਟਫਾਰਮ ਹੈਗੀ ਉਹਨਾਂ ਨੂੰ ਚੂਜ਼ ਕਰਦੀ ਆ, ਜਦ ਕਿ ਅਸੀਂ ਬੰਦਾ ਚੂਜ਼ ਕਰਦੇ ਹਾਂ। ਸੋ ਬਹੁਤ ਜ਼ਿਆਦਾ ਫਰਕ ਆ। ਜੇਕਰ ਅਸੀਂ ਕੰਟਰੀ ਨੂੰ ਕਿਸੇ ਬੰਨੇ ਲੈ ਕੇ ਜਾਣਾ, ਸਾਨੂੰ ਮੁੱਦਿਆਂ ਦੀ ਸਿਆਸਤ ਕਰਨੀ ਚਾਹੀਦੀ, ਨਾ ਕਿ ਵਿਅਕਤੀ ਵਿਸ਼ੇਸ਼ ਦੀ ਸਿਆਸਤ ਜਿਹੜੀ ਹੈਗੀ। ਜਿਹੜੀ ਨਵੀਂ ਜਨਰੇਸ਼ਨ ਹੈ, ਨਵੀਂ ਜਨਰੇਸ਼ਨ ਅਵੇਅਰ ਹੋ ਰਹੀ ਆ, ਪਰ ਉਹ ਕਿਤੇ ਨਾ ਕਿਤੇ ਅੱਜ ਹੀ ਕੁਛ ਇੱਕ ਗੱਲਬਾਤ ਹੋ ਰਹੀ ਸੀਗੀ, ਉਹ SFU ਸਟੂਡੈਂਟ ਸੀ, ਉਹ ਇਸ ਚੀਜ਼ ਨੂੰ ਮੁੰਡਾ ਸੀ, ਉਹ ਕਹਿੰਦਾ ਸੀ ਕਿ ਮੈਂ ਇਸ ਚੀਜ਼ ਨੂੰ ਬਹੁਤ ਨੇੜਿਓਂ ਦੇਖ ਰਿਹਾ ਕਿ ਜਿਹੜੀ ਪੋਲੀਟਿਕਸ ਹੈਗੀ ਉਹ ਕਿਸ ਤਰ੍ਹਾਂ ਮਿਲਗੋਬਾ ਹੋ ਰਿਹਾ। ਉਹ ਕਹਿੰਦਾ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ, ਪਰ ਸਾਡਾ ਚਾਹ ਕੇ ਵੀ ਅਸੀਂ ਇਹਦੇ ਵਿੱਚ ਚੇਂਜ ਨਹੀਂ ਕਰ ਪਾ ਰਹੇ, ਕਿਉਂਕਿ
ਜਿਹੜਾ ਪੰਜਾਬੀ ਤਬਕਾ ਹੈ ਜਾਂ ਜਿਹੜੇ ਲੋਕ ਹੈ ਉਹਨਾਂ ਨੇ ਇੱਥੇ ਗਲਬਾ ਹੀ ਏਡਾ ਵੱਡਾ ਪਾਇਆ ਹੋਇਆ ਕਿ ਨਵੇਂ ਬੰਦਿਆਂ ਨੂੰ ਜਿਹੜਾ ਹੈਗਾ ਉਹ 'ਚ ਐਂਟਰ ਕਰਨ ਦੀ ਰਾਹ ਨਹੀਂ ਮਿਲ ਰਿਹਾ। ਸੋ ਨਵੀਂ ਜਨਰੇਸ਼ਨ ਵੇਖ ਰਹੀ ਆ, ਪਰ ਉਹਨਾਂ ਵਾਸਤੇ ਐਂਟਰੀ ਦੇ ਦਰਵਾਜ਼ੇ ਬਹੁਤ ਬੁਰੀ ਤਰ੍ਹਾਂ ਜਿਹੜੇ ਬੰਦ ਕੀਤੇ ਗਏ ਆ। ਸੋ ਅਗੇਨ ਸਾਨੂੰ ਉਸ ਚੀਜ਼ ਤੋਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਦੇਖੋ, ਇਲੈਕਸ਼ਨ ਤੇ ਫੇਰ ਆਉਣੀ ਹੈ, ਚਾਹੇ BC 'ਚ ਹੋ ਗਏ, ਚਾਹੇ ਅੰਟਾਰੀਓ ਹੋ ਗਏ ਜਾਂ ਫੈਡਰਲ ਹੋ ਗਈ, ਇਹ ਹੁਣ ਕੰਟਰੀ ਸਾਡਾ ਵਾ ਜੀ। ਸੋ ਸਾਨੂੰ ਇਸ ਤੇ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਦੀ ਲੋੜ ਹੈ ਜੀ। ਇਸ ਵਾਰੀ ਗੁਰਪ੍ਰੀਤ ਸਿੰਘ ਜੀ ਕਈ ਨਵੇਂ ਜਿਹੜੇ ਚਿਹਰੇ ਸੀਗੇ ਉਹ ਵੀ ਸਾਹਮਣੇ ਆਏ ਆ। ਜਿਹੜੀ ਮਿਸ਼ਨ ਵਾਲੀ ਸੀਟ ਤੋਂ ਗੀਤ ਗਰੇਵਾਲ, ਇੱਥੇ ਪਰਮ ਬੈਂਸ, ਉੱਥੋਂ ਜਿਹੜੀ ਸਟੀਵਸਟਨ ਰਿਚਮੰਡ ਵਾਲੀ ਸੀਟ ਸੀਗੀ, ਇੱਥੋਂ ਕੁੜੀ ਇੱਕ ਆਪਣੇ ਜਿਹੜੀ ਹੁੰਦਲ ਆ ਨਿਊਟਨ ਤੋਂ, ਪ੍ਰਵੀਰ ਹੁੰਦਲ ਜਾਂ ਰਾਜੀ ਤੂਰ, ਕਈ ਜਿਹੜੇ ਇੱਥੋਂ ਦੇ ਨਿਆਣੇ ਆ, ਇੱਥੋਂ ਦੇ ਜਿਹੜੇ ਹੈਗੇ ਆ, ਉਹ ਵੀ ਸਾਹਮਣੇ ਆਏ ਆ। ਇਹ ਲੱਗਦਾ ਕਿ ਅਗਲੀ ਪੀੜ੍ਹੀ ਵੀ ਇੱਕ ਹੋਰ ਰੈਡੀ ਹੈ ਇਹਦੇ ਲਈ। ਬਿਲਕੁਲ ਜੀ, ਕੋਸ਼ਿਸ਼ਾਂ ਹਰ ਵਾਰੀ ਹੁੰਦੀਆਂ, ਪਰ ਇਹ ਜਿਹੜੀ ਪੋਲੀਟਿਕਸ ਹੈਗੀ ਹੈ ਡੈਡੀਕੇਸ਼ਨ ਮੰਗਦੀ ਹੈ। ਹੁੰਦਾ ਕੀ ਆ ਵੀ ਜਿਹੜੇ ਬੱਚੇ ਆਉਂਦੇ ਆ ਸਿਆਸਤ ਦੇ ਵਿੱਚ, ਉਹ ਬਹੁਤਾ ਵਾਰੀ ਹੁੰਦਾ ਕਿ ਪਹਿਲੀ ਵਾਰੀ ਸਫਲ ਨਹੀਂ ਹੁੰਦੇ, ਉਦੋਂ ਬਾਅਦ ਫਿਰ ਉਹਨਾਂ ਦਾ ਦਿਲ ਟੁੱਟ ਜਾਂਦਾ। ਜਿਹੜੀ ਉਹ ਇੱਕ ਤਾਂ ਜਿਹੜੀ ਹਾਰ ਹੁੰਦੀ ਆ, ਉਹ ਹਾਰ ਹੁੰਦੀ ਆ, ਉਹਦਾ ਹਾਰ ਦਾ ਸਦਮਾ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ। ਦੂਜਾ ਗੱਲ, ਉਹ ਇੰਨਾ ਕੁ ਵਿੱਚ ਐਕਸਪੀਰੀਅੰਸ ਕਰਕੇ ਲੈ ਜਾਂਦੇ ਆ ਵੀ ਜਿਹੜੀ ਦੇਸੀ ਪੋਲੀਟਿਕਸ ਦਾ, ਉਹਨਾਂ ਨੂੰ ਲੱਗਦਾ ਵੀ ਨਹੀਂ ਯਾਰ ਇਹ ਸਾਡੇ ਲਈ ਸਹੀ ਨਹੀਂ ਹੈਗੀ ਗੱਲ, ਬਿਨਾਂ ਗੱਲ ਤੋਂ ਮਿੰਨਤਾਂ ਕਰੀ ਚੱਲੋ, ਕਿਸੇ ਦੀਆਂ ਗਲਤ ਨੂੰ ਵੀ ਸਹੀ ਕਰੀ ਚੱਲੋ, ਅਤੇ ਆਪਣੀ ਜਿਹੜੀ ਗੱਲ ਆ ਮਨਵਾਉਣੀ ਬੜੀ ਔਖੀ ਆ। ਉਹ ਨਿਰਉਤਸ਼ਾਹਿਤ ਜਿਹੜੇ ਆ ਹੋ ਜਾਂਦੇ ਆ, ਪਰ ਉਹਨਾਂ ਦੀ ਤਾਂ ਹੋਰ ਜਿਹੜੇ ਗਾਹਾਂ ਫਿਰ ਆ ਜਾਂਦੇ ਆ, ਫਿਰ ਉਹ ਟਰਾਈ ਕਰਦੇ ਆ। ਇਹ ਦਸਤੂਰ ਜਿਹੜਾ ਆ ਚੱਲੀ ਜਾ ਰਿਹਾ ਆ, ਜਦੋਂ ਕਿ ਚਾਹੀਦਾ ਇਹ ਆ ਕਿ ਜਿਹੜੇ ਪੁਰਾਣੇ ਸਿਆਸਤਦਾਨ ਆ ਉਹ ਗਾਈਡ ਕਰਨ ਨਵਿਆਂ ਨੂੰ, ਰੋੜੇ ਨਾ ਅਟਕਾਉਣ। ਉਹ ਆਪਣੇ ਹੁੰਦਿਆਂ ਆਪਣਾ ਵਾਰਸ ਤਿਆਰ ਕਰਨ। ਕੋਈ ਵਾਰਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਘਰ ਦੇ ਵਿੱਚ ਆਪਣੀ ਘਰ ਵਾਲੀ ਤਿਆਰ ਕਰ ਲਈ ਜਾਂ ਮੁੰਡਾ ਕੁੜੀ ਤਿਆਰ ਕਰ ਲੈ। ਉਹ ਆਪਣੇ ਆਫਿਸ ਵਿੱਚ ਕੰਮ ਕਰਦਾ ਕੋਈ ਅਸਿਸਟੈਂਟ, ਕੋਈ ਉਹ ਬੰਦਾ ਨਿਆਣਾ ਜਿਹਨੇ 10-15 ਸਾਲ ਤੁਹਾਡੀ ਕੈਂਪੇਨ ਚਲਾਈ ਆ, ਜਿਹਨੂੰ ਪਤਾ ਆ ਸਿਆਸਤ ਕਿੱਦਾਂ ਚੱਲਦੀ ਆ, ਉਹਨਾਂ ਨੂੰ ਅੱਗੇ ਲਿਆਉਣ ਦੇ ਵਾਸਤੇ ਕੋਸ਼ਿਸ਼ਾਂ ਕਰਨ। ਉਹ ਕੋਸ਼ਿਸ਼ਾਂ ਜਿਹੜੀਆਂ ਘੱਟ ਹੁੰਦੀਆਂ ਆ। ਹੁਣ ਜੇ ਉਹ ਕੋਸ਼ਿਸ਼ਾਂ ਹੋਣ ਤਾਂ ਬਹੁਤ ਫਾਇਦਾ ਹੋ ਸਕਦਾ, ਕਿ ਉਹ ਬੱਚਿਆਂ ਦੇ ਕੋਲ ਆਲਰੇਡੀ ਐਕਸਪੀਰੀਅੰਸ ਹੁੰਦਾ ਆ। ਜਿਵੇਂ ਪਰਮ ਬੈਂਸ ਦੀ ਐਗਜ਼ਾਮਪਲ ਹੀ ਆ, ਉਹ ਪਿਛਲੇ ਤਕਰੀਬਨ 15 ਸਾਲ ਤੋਂ ਵੱਧ ਸਮੇਂ ਤੋਂ ਸਿਆਸਤ ਦੇ ਵਿੱਚ ਵਾਵਸਤਾ ਆ। ਉਹ ਕਦੀ ਕਿਸੇ MP ਦਾ ਸਲਾਹਕਾਰ, ਕਦੀ ਕਿਸੇ MLA ਦਾ ਸਲਾਹਕਾਰ, ਕਦੀ ਕਿਸੇ ਮੰਤਰੀ ਉਹਨੂੰ ਪਤਾ ਹੁੰਦਾ। ਕਿ ਜਦੋਂ ਕਿ ਬਿਲਕੁਲ ਜਿਹੜੇ ਨਵੇਂ ਬੱਚੇ ਆਉਂਦੇ ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ। ਇੱਦਾਂ ਸਰੀ ਨਿਊਟਨ ਦਾ ਮੁੰਡਾ ਜਿਹੜਾ ਵਨੀਤ ਜੌਲ ਆ, ਉਹਨੇ ਵੀ ਕੰਮ ਕੀਤਾ ਆ ਨਾ। ਸੋ ਉਹ ਜਿਹੜੇ ਬੱਚੇ ਉਹਨਾਂ ਨੂੰ ਅੱਗੇ ਲਿਆਉਣ ਦੇ ਵਾਸਤੇ ਆਪ ਹੀ ਚਾਹੀਦਾ, ਸਾਡੇ ਜਿਹੜੇ ਵੈਟਰਨ ਪੋਲੀਟੀਸ਼ੀਅਨ ਆ ਵੀ ਉਹਨਾਂ ਦੇ ਹੁਣ ਉਹ ਗੋਡ ਫਾਦਰ ਬਣਨ, ਉਹਨਾਂ ਨੂੰ ਅੱਗੇ ਲੈ ਕੇ ਆਉਣ। ਘਰ ਦੇ ਵਿੱਚ ਵੀ ਤਾਂ ਇਹੀ ਹੁੰਦਾ ਵੀ ਸਿਆਣਾ ਬਜ਼ੁਰਗ ਉਹਨੂੰ ਮੰਨਿਆ ਜਾਂਦਾ ਜਿਹੜਾ ਕਿ ਆਪਣੀ ਚੜ੍ਹਾਈ ਵੇਲੇ ਹੁੰਦਿਆਂ ਸੁਣਦਿਆਂ ਆਪਣੀ ਅਗਲੀ ਪੀੜ੍ਹੀ ਨੂੰ ਨਾਲ ਤੋਰ ਲਵੇ। ਅਦਰਵਾਈਜ਼ ਜਿਹੜਾ ਫਿਰ ਹੌਲੀ ਹੌਲੀ ਇੰਟਰਸਟ ਮਰ ਜਾਣਾ ਹੈ ਨਾ। ਬਾਕੀ ਇਹ ਸੋਚਾਂ ਆ, ਅਸੀਂ ਸੋਚਦੇ ਹਾਂ ਇੱਦਾਂ ਹੈ ਨਾ, ਜਿਹੜੇ ਪੰਜਾਬੀ ਅਸੀਂ ਇਹ ਸੋਚਦੇ ਹਾਂ ਵੀ ਸਾਡਾ ਸਿਆਸਤ ਵਿੱਚ ਹੋਣਾ ਬਹੁਤ ਜ਼ਰੂਰੀ ਆ, ਫਿਰ ਸਾਡੀ ਗੱਲ ਜਿਹੜੀ ਹੈ ਸੁਣੀ ਜਾਣੀ ਆ। ਪਰ ਜਦੋਂ ਕੋਈ ਮਸਲਾ ਆਉਂਦਾ ਆਪਾਂ ਦੇਖਦੇ ਹਾਂ ਵੀ ਸਾਡੀ ਇੰਨੀ ਕੁ ਸੁਣੀ ਨਹੀਂ ਜਾਂਦੀ। ਮੈਂ ਅਨੇਕਾਂ ਐਗਜ਼ਾਮਪਲਾਂ ਦੇ ਸਕਦਾ। ਗਨ ਵਾਇਲੈਂਸ ਦੇ ਮੁੱਦੇ ਦੇ ਉੱਤੇ, ਗੈਂਗ ਵਾਇਲੈਂਸ ਦੇ ਮੁੱਦੇ 'ਤੇ ਸਭ ਤੋਂ ਵੱਧ ਰੌਲਾ ਆਪਾਂ ਪਾਉਂਦੇ ਹਾਂ, ਪਰ ਉਹ 'ਤੇ ਅਸਰ ਸਭ ਤੋਂ ਵੱਧ ਘੱਟ ਹੁੰਦਾ ਆ। ਅਫਗਾਨਿਸਤਾਨ ਦੇ ਵਿੱਚ ਸਿੱਖਾਂ ਅਤੇ ਹਿੰਦੂਆਂ ਨੂੰ ਕੱਢਣ ਲਈ ਆਪਾਂ ਕਿੰਨਾ ਰੌਲਾ ਪਾਇਆ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਾਡਾ ਆ, ਪਰ ਕੀ ਉਹ ਹੋ ਸਕਿਆ ਜੋ ਅਸੀਂ ਚਾਹੁੰਦੇ ਸੀਗੇ? ਦੂਜੇ ਪਾਸੇ ਯਹੂਦੀ ਕਮਿਊਨਿਟੀ ਆ, ਉਹਨਾਂ ਦੇ MP ਹੈ ਨਹੀਂ ਗੇ, ਪਰ 2 ਬੰਦੇ 2 MP ਦੇ ਉਮੀਦਵਾਰ ਉਹਨਾਂ ਦੇ ਖਿਲਾਫ ਉਹਨਾਂ ਨੇ ਟਿੱਪਣੀਆਂ ਕੀਤੀਆਂ ਹੋਈਆਂ ਸੀ ਪੁਰਾਣੀਆਂ। ਦੋਹਾਂ ਨੂੰ ਜਗਮੀਤ ਸਿੰਘ ਦੇ NDP ਦੇ ਉਮੀਦਵਾਰ ਨੂੰ ਅਸਤੀਫੇ ਦੇਣੇ ਪੈ ਗਏ। ਇੱਕ ਮੁੰਡਾ ਟੋਰਾਂਟੋ ਵਾਲਾ ਸੀਗਾ, ਜਿਹੜੀ ਲੇਡੀ ਸੀਗੀ ਉਹ ਨੋਵਾ ਸਕੋਸ਼ੀਆ ਵਾਲੀ ਸੀ। ਕਿਉਂਕਿ ਉਹ ਜਿਹੜੇ ਆ ਚੰਗੇ ਉਮੀਦਵਾਰਾਂ ਨੂੰ ਪੈਸੇ ਦਿੰਦੇ ਆ। ਉਹ ਕੀ ਕਰਦੇ, ਜਿਹੜਾ ਉਮੀਦਵਾਰ ਖੜਾ ਆ ਉਹਨੂੰ ਫੰਡਿੰਗ ਦਿੰਦੇ ਆ ਅੱਡ ਅੱਡ ਪਾਰਟੀਆਂ ਦੇ ਨੂੰ, ਤਾਂ ਉਹਨਾਂ ਤੋਂ ਫਿਰ ਉਸ ਹਿਸਾਬ ਦੇ ਨਾਲ ਕੰਮ ਲੈਂਦੇ ਆ। ਅਸੀਂ ਪੈਸੇ ਉਦੋਂ ਵੱਧ ਖਰਚਦੇ ਹਾਂ ਸਿਰਫ ਕਿਉਂਕਿ ਪੋਲੀਟਿਕਸ ਸਾਡੇ ਖੂਨ ਵਿੱਚ ਆ। ਸਾਨੂੰ ਲੰਬੜਦਾਰੀ ਚੌਧਰ ਪਸੰਦ ਬਹੁਤ ਆ। ਕੰਮ ਸਾਡਾ ਹੋਵੇ ਚਾਹੇ ਬੇਸ਼ੱਕ ਨਾ ਹੋਵੇ। ਇਹ ਵੀ ਹੁਣ ਇੱਕ ਸੋਚ ਉੱਭਰ ਰਹੀ ਆ ਵੀ ਕੀ ਸਾਡੇ ਜਿਹੜੇ ਬਹੁਤੇ MP ਬਣਨੇ ਆ, ਬਹੁਤੇ MLA ਬਣਨੇ, ਫਾਇਦੇ ਵਾਲਾ ਸੌਦਾ ਹੈ, ਇਹਦੇ 'ਚ ਕਮਿਊਨਿਟੀ ਦਾ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ, ਪੈਸੇ ਵਜੋਂ ਵੀ, ਦਿੱਖ ਵਜੋਂ ਵੀ, ਜਾਂ ਫਿਰ ਉਵੇਂ ਕਰਨਾ ਚਾਹੀਦਾ ਜਿਵੇਂ ਹੋਰ ਕਮਿਊਨਿਟੀਜ਼ ਕਰਦੀਆਂ। ਹੁਣ ਜਿਊਇਸ਼ ਕਾਂਗਰਸ ਜਿਹੜੀ ਉਹਨਾਂ ਦੀ ਇੱਕ ਜਥੇਬੰਦੀ ਆ, ਅਤੇ ਉਹ ਇੱਦਾਂ ਕਰਦੇ ਆ, ਜਿਹੜੀਆਂ ਸੂਬਾਈ ਇਲੈਕਸ਼ਨਾਂ ਹੁੰਦੀਆਂ, ਸ਼ਹਿਰੀ ਇਲੈਕਸ਼ਨਾਂ ਹੁੰਦੀਆਂ ਜਾਂ ਫੈਡਰਲ ਇਲੈਕਸ਼ਨਾਂ ਹੁੰਦੀਆਂ, ਉਹ 'ਚੋਂ ਫੰਡਿੰਗ ਦਿੰਦੇ ਸਾਰੀਆਂ ਪਾਰਟੀਆਂ ਨੂੰ, ਅਤੇ ਸਾਰੇ ਪਾਰਟੀਆਂ ਵਾਲੇ ਉਹਨਾਂ ਦੇ ਕੰਮ ਕਰਦੇ ਆ, ਡਰ ਕੇ ਚੱਲਦੇ ਉਹਨਾਂ ਤੋਂ। ਬਿਜ਼ਨਸ ਕਨਰ ਜਿੱਦਾਂ ਗੱਲ ਕਰਦੇ ਕਿ ਨਵੀਂ ਜਿਹੜੀ ਜਨਰੇਸ਼ਨ ਹੈਗੀ ਉਹਨੂੰ ਆਉਣ ਦੀ ਲੋੜ, ਦੇਖੋ ਬਹੁਤ ਜ਼ਿਆਦਾ ਜ਼ਰੂਰਤ ਹੈ ਨਵਿਆਂ ਨੂੰ ਆਉਣ ਦੀ, ਪਰ ਜਿਹੜਾ ਸਾਡਾ ਨੋਮੀਨੇਸ਼ਨ ਸਿਸਟਮ ਹੈ ਨਾ ਉਹ ਬਹੁਤ ਕਰਪਟ ਸਿਸਟਮ ਆ। ਰਾਈਟ, ਜਿਹੜੇ ਨਵੇਂ ਬੱਚੇ ਹੈਗੇ ਆ ਜੇਕਰ ਉਹ 'ਚ ਆਉਣਾ ਵੀ ਚਾਹੁਣ ਤਾਂ ਵੀ ਚਾਹ ਕੇ ਨਹੀਂ ਆ ਸਕਦੇ, ਜਿੱਥੇ ਕਿ ਪੰਜਾਬੀ ਵੋਟ ਬਹੁਤ ਜ਼ਿਆਦਾ ਹੈ। ਇਹ ਦੇ ਵਿੱਚ ਜਿਵੇਂ ਗੁਰਪ੍ਰੀਤ ਗੱਲ ਕਰਦੇ ਗੋਡ ਫਾਦਰ ਵਾਲੀ ਗੱਲ, ਕਿ ਜੇਕਰ ਇਹ ਹੋਵੇ ਕਿ ਹਾਂ ਵੀ ਹੁਣ ਦੇਖੋ 35 ਦਿਨਾਂ ਦੇ ਵਿੱਚ ਜਿਹੜੇ ਨਵੇਂ ਉਮੀਦਵਾਰ ਹੈਗੇ ਆ, ਮੇਰੇ ਖਿਆਲ ਸਾਰੇ ਉਮੀਦਵਾਰਾਂ ਨਾਲ ਜਿਹੜੇ ਵੋਟਰ ਹੈਗੇ ਉਹਨਾਂ ਨਾਲ ਕਨੈਕਟ ਵੀ ਨਹੀਂ ਹੋ ਸਕਦੇ, ਕਿਉਂਕਿ ਸਮਾਂ ਬਹੁਤ ਥੋੜ੍ਹਾ ਵਾ। ਇਹ ਚਾਹੀਦਾ ਜਦੋਂ ਇਲੈਕਸ਼ਨ ਹੋਊਗੀ ਉਸੇ ਸਮੇਂ ਤੋਂ ਬਾਅਦ ਹੀ, ਚਾਹੇ ਹਾਰ ਹੋਗੀ ਜਾਂ ਜਿੱਤ ਹੋਗੀ, ਕਿ ਉਹ ਜਿਹੜੇ ਕੈਂਡੀਡੇਟ ਹੈਗੇ ਉਦੋਂ ਹੀ ਐਲਾਨ ਕਰ ਦਿੱਤੇ ਜਾਣ 4 ਸਾਲ ਪਹਿਲਾਂ ਹੀ,
ਕਿ ਜੇਕਰ ਬੰਦੇ ਹੈਗੇ ਆਪਣੀ ਕਮਿਊਨਿਟੀ ਦੇ ਵਿੱਚ ਵਿਚਰਨ, ਲੋਕਾਂ ਨਾਲ ਕਨੈਕਟ ਹੋਣ, ਤੇ ਦੇਖੋ ਚੇਂਜ ਹੋ ਸਕਦੀ ਆ। ਜਦ ਕਿ ਕਨੈਕਟ ਹੀ ਨਹੀਂ ਹੋ ਰਹੇ 35 ਦਿਨਾਂ ਵਿੱਚ, ਹੁਣ ਕਿਸੇ ਨੂੰ ਕੋਈ ਨਹੀਂ ਪਤਾ ਕਿ ਹਾਂ ਵੀ ਉਮੀਦਵਾਰ ਕੌਣ ਹੈਗਾ। ਸੋ ਉਹਨਾਂ 'ਚ ਟੈਲੈਂਟ ਹੈਗਾ, ਕੈਲੀਬਰ ਹੈਗਾ, ਉਹ ਕੁਛ ਕਰਨਾ ਵੀ ਚਾਹੁੰਦੇ ਆ, ਪਰ ਜੇਕਰ ਉਹਨਾਂ ਨੂੰ ਸਹੀ ਸਮਾਂ ਮਿਲੇ ਤਾਂ ਬਹੁਤ ਕੁਝ ਚੇਂਜ ਹੋ ਸਕਦੀ ਆ। ਜਿੱਥੇ ਪੰਜਾਬੀ ਖੜੇ ਹੁੰਦੇ ਆ ਤੇ ਜਿੱਥੇ ਪੰਜਾਬੀ ਨਹੀਂ ਖੜੇ ਹੁੰਦੇ, ਉਹਨਾਂ ਰਾਈਡਿੰਗਸ ਦੇ ਵਿੱਚ ਇੱਕ ਕਲੀਅਰ ਕੱਟ ਫਰਕ ਦਿਸਦਾ ਹੁੰਦਾ ਸੀ, ਬੋਰਡਾਂ ਦਾ, ਫੱਟਿਆਂ ਦਾ, ਪੋਸਟਰਾਂ ਦਾ। ਐਤਕੀ ਘੱਟ ਦਿਸਿਆ। ਐਤਕੀ ਜਿਹੜਾ ਆ, ਕਿਉਂਕਿ ਆਪਾਂ ਸਰੀ ਦੇ ਵਿੱਚ ਰਹਿੰਦੇ ਆ, ਸਰੀ ਦੇ ਵਿੱਚ ਬਾਈ ਲਾਅ ਜਿਹੜਾ ਆ ਉਹ ਸੀਗਾ ਤਾਂ ਪੁਰਾਣਾ ਹੀ, ਪਰ ਕਦੀ ਇੰਪਲੀਮੈਂਟ ਨਹੀਂ ਸੀ ਹੋਇਆ। ਅੱਛਾ ਜੀ। ਜਿਹੜੀਆਂ 2018 ਦੀਆਂ ਜਿਹੜੀਆਂ ਮਿਊਨਿਸਪਲ ਚੋਣਾਂ ਸੀਗੀਆਂ, ਉਹਨਾਂ ਦੇ ਵਿੱਚ ਇੱਕ ਗਰੁੱਪ ਵੱਲੋਂ ਕੱਢ ਕੇ ਲਿਆਂਦਾ ਸੀਗਾ। ਉਹ ਗਰੁੱਪ ਦਾ ਨਾਮ ਸ਼ਾਇਦ ਮੈਂ ਭੁੱਲ ਨਹੀਂ ਰਿਹਾ, ਕਲੀਨ ਕੈਨੇਡਾ, ਕੀਪ ਕਲੀਨ ਕੈਨੇਡਾ ਸੀਗਾ। ਸੋ ਉਹ ਬਾਈਲਾ ਜਿਹੜਾ ਆ ਉਹ ਜਦੋਂ ਕੱਢਿਆ ਗਿਆ ਤਾਂ ਉਹਦੇ ਵਿੱਚ ਦੇਖਿਆ ਗਿਆ ਵੀ ਇਹ ਤਾਂ ਇਜਾਜ਼ਤ ਹੀ ਹੈ ਨਹੀਂ ਇਹਨਾਂ ਨੂੰ ਵੀ ਪਬਲਿਕ ਪ੍ਰਾਪਰਟੀ ਦੇ ਉੱਤੇ, ਸੌਰੀ ਸਿਟੀ ਪ੍ਰਾਪਰਟੀ ਉਹਦੇ ਉੱਤੇ ਫੱਟੇ ਲਾਉਣ ਦੀ। ਉਦੋਂ ਬਾਅਦ ਫਿਰ ਜਿਹੜਾ ਜੋ ਕਾਨੂੰਨ ਬਣ ਗਿਆ ਤਾਂ ਉਹ ਫਿਰ ਸਾਰਿਆਂ ਨੇ ਜਿੱਦਾਂ ਮੰਨ ਲਿਆ। ਉਦੋਂ ਬਾਅਦ ਉਮੀਦਵਾਰਾਂ ਨੂੰ ਵੀ ਲੱਗਾ ਵੀ ਹਾਂ ਸਾਡਾ ਤਾਂ ਖਰਚਾ ਘਟਦਾ ਆ। ਹੁਣ ਜਿਹੜਾ ਆ ਉਹ ਸਾਈਨ ਜਿਹੜੇ ਆ ਉਹ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਜਿਹੜਾ ਤੁਸੀਂ ਉਹਨਾਂ ਦੀ ਇਜਾਜ਼ਤ ਦੇ ਨਾਲ ਲਾ ਸਕਦੇ ਆ। ਸਿਟੀ ਪ੍ਰਾਪਰਟੀ ਦੇ ਵਿੱਚ ਜਿਹੜਾ ਘੱਟੋ ਘੱਟ ਸਰੀ ਦੇ ਵਿੱਚ ਨਹੀਂ ਲਾ ਸਕਦੇ। ਇਸ ਕਰਕੇ ਜਿਹੜੇ ਕਿ ਫੱਟੇ ਘੱਟ ਦਿਸ ਰਹੇ ਆ। ਬਾਕੀ ਕੌਂਸਟੀਚੁਐਂਸੀ ਵਿੱਚ ਪਹਿਲਾਂ ਹੀ ਘੱਟ ਲੱਗਦੇ ਹੁੰਦੇ ਸੀਗੇ, ਇੱਥੇ ਲੱਗਦਾ ਹੁੰਦਾ ਕਿ ਫੱਟਿਆਂ ਦੇ ਨਾਲ ਜਿੱਤ ਹੋਣਾ ਹੈ ਨਾ। ਜਿਹੜੀ ਮੀਡੀਅਨ ਹੁੰਦੀ ਸੀਗੀ ਵਿਚਾਰ ਵਾਲੀ ਸੜਕ ਦੇ ਥਾਂ ਸਾਰੀ ਜਿਹੜੀ ਆ 2-2 ਕਿਲੋਮੀਟਰ ਭਰੀ ਹੁੰਦੀ ਸੀ ਕਈ ਵਾਰੀ ਫੱਟਿਆਂ ਦੇ ਨਾਲ। ਪਰ ਉਹ ਜਿਹੜਾ ਰੁਝਾਨ ਘਟਿਆ, ਦੇਖਣ ਨੂੰ ਚੰਗਾ ਲੱਗਦਾ ਅੱਖਾਂ ਨੂੰ। ਜਿਹੜੇ ਵੋਟ ਪਾਉਣੀ ਉਹਨੇ ਮਨ ਬਣਾਇਆ ਹੁੰਦਾ, ਮੈਨੂੰ ਨਹੀਂ ਲੱਗਦਾ ਕੋਈ ਫੱਟਾ ਦੇਖ ਕੇ ਮਨ ਬਣਾਉਂਦਾ। ਪਰ ਉਹ ਜਿਹੜੀ ਪੋਲਿਊਸ਼ਨ ਸੀਗਾ ਉਹ ਘਟ ਗਿਆ ਆ। ਉਹਦੇ ਵਾਸਤੇ ਉਮੀਦਵਾਰ ਜਿਹੜੇ ਸਾਰੇ ਵਧਾਈ ਦੇ ਹੱਕਦਾਰ ਹੈ। ਜਿਹੜੇ ਬਲਦੀਪ ਜੀ ਪੰਜਾਬੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਲੋਕ ਵਿਚਰਦੇ ਆ, ਉਹ ਕਹਿੰਦੇ ਨਹੀਂ ਟਰੂਡੋ ਨੇ ਜਿੱਤ ਜਾਣਾ, ਐਤਕੀ ਮੈਜੋਰਿਟੀ ਬਣ ਜਾਣੀ ਆ। ਜਿਹੜੇ ਦੂਜੀਆਂ ਕਮਿਊਨਿਟੀ ਦੇ ਨਾਲ ਵੀ ਵਰਤਦੇ, ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਗੱਲ ਗੜਬੜ ਆ, ਐਤਕੀ ਟਰੂਡੋ ਨੇ ਨਹੀਂ ਜਿੱਤਣਾ। ਫਰਕ ਲੱਗਦਾ ਇਹ ਵੀ ਇਦਾਂ ਦੀ ਗੱਲਬਾਤ ਲੋਕਾਂ ਤੋਂ ਸੁਣਦੇ? ਦੇਖੋ ਜਿਹੜੇ ਪੰਜਾਬੀ ਆ ਜੀ, ਉਹਨਾਂ ਦਾ ਟਰੂਡੋ ਛੋਟੇ ਨਾਲ ਤੇ ਵੱਡੇ ਨਾਲ ਹਮੇਸ਼ਾ ਪਿਆਰ ਰਿਹਾ ਜੀ। ਜਿਹੜਾ ਇਮੀਗ੍ਰੇਸ਼ਨ ਹੈਗੀ, ਉਹ ਸਾਡਾ ਇੱਕੋ ਇੱਕ ਮੁੱਦਾ ਜੀ, ਇਮੀਗ੍ਰੇਸ਼ਨ, ਦੈਟਸ ਆਲ। ਇਹ ਤੋਂ ਅੱਗੇ ਤਾਂ ਨਾ ਅਸੀਂ ਸੋਚਦੇ ਹਾਂ ਤੇ ਨਾ ਹੀ ਇਹ ਤੋਂ ਘੱਟ ਸੋਚਦੇ ਹਾਂ ਜੀ। ਸੋ ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਆ, ਸਭ ਦੀਆਂ ਦੁਆਵਾਂ ਹੁੰਦੀਆਂ ਕਿ ਭਾਵੇਂ ਉਹ ਇੱਥੇ ਪੰਜਾਬ 'ਚ ਹੋਵੇ ਜੀ, ਕਿ ਹਾਂ ਵੀ ਜਸਟਿਨ ਟਰੂਡੋ ਹੈਗਾ ਉਹ ਵਿਨ ਕਰੇ। ਇਸੇ ਕਰਕੇ ਜਿਹੜਾ ਸਾਡੇ ਮੁੱਦੇ ਆ ਜੀ ਉਹ ਟੋਟਲੀ ਡਿਫਰੈਂਟ ਆ। ਅਸੀਂ ਟੋਟਲੀ ਆਈਸੋਲੇਟਡ ਜੇ ਬੰਦੇ ਤੌਰ 'ਤੇ ਕੰਮ ਕਰਦੇ ਹਾਂ, ਅਤੇ ਜਿਹੜੇ ਮੇਨ ਮੁੱਦੇ ਮੇਨ ਸਟਰੀਮ ਕਮਿਊਨਿਟੀ ਹੈਗੀ ਆ, ਜਾਂ ਜਿਵੇਂ ਯਹੂਦੀ ਹੈਗੇ ਜਾਂ ਹੋਰ ਕੌਮਾਂ ਹੈਗੀਆਂ, ਉਹਨਾਂ ਦੇ ਮੁੱਦੇ ਟੋਟਲੀ ਡਿਫਰੈਂਟ ਆ। ਉਹ ਡਿਫਰੈਂਟ ਐਂਗਲ ਤੋਂ ਵੇਖਦੇ ਆ, ਉਹ ਪਰਸਨਲ ਲੈਵਲ ਨੂੰ ਘੱਟ ਦੇਖਦੇ ਆ, ਓਵਰਆਲ ਪਿਕਚਰ ਨੂੰ, ਬਿਗਰ ਪਿਕਚਰ 'ਤੇ ਦੇਖਦੇ ਆ ਕਿ ਜੇ ਕੰਟਰੀ ਸਾਡਾ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਵੇ। ਦੇਖੋ ਫੋਰਨ ਪਾਲਿਸੀ ਹੋ ਗਈਆਂ, ਇਕੋਨਮੀ ਹੋ ਗਈਆਂ ਨਾ। ਹੁਣ ਸਾਡੇ ਕੋਲ ਆਪਣੀ ਯੂਨਾਈਟਿਡ ਨੇਸ਼ਨ ਹੈਗੀ, ਸਾਡੇ ਕੋਲ ਸੀਟ ਨਹੀਂ ਹੈਗੀ। ਦੈਟਸ ਬੜੀ ਸ਼ਰਮ ਵਾਲੀ ਗੱਲ ਕਿ ਐਡਾ ਵੱਡਾ ਕੰਟਰੀ ਆ, ਉਹਦੇ ਕੋਲ ਸੀਟ ਨਹੀਂ ਹੈਗੀ। ਹੁਣ G7 ਦੀਆਂ ਕੰਟਰੀਆਂ 'ਤੇ ਵੇਖਿਆ ਜਾਵੇ, ਹੁਣ ਸਭ ਤੋਂ ਘੱਟ ਜਿਹੜੇ 1000 ਜਿਹੜੇ ਆਪਣੇ ਰੈਜ਼ੀਡੈਂਟ ਹੈਗੇ ਆ, ਉਹਨਾਂ ਦੀ ਨਿਸਬਤ ਸਾਡੇ ਕੋਲ G7 ਸਭ ਤੋਂ ਜਿਹੜੇ ਘੱਟ ਆਪਣੇ ਘਰ ਆ ਉਹ ਇੱਥੇ ਹੈ ਜੀ, ਕੈਨੇਡਾ ਦੇ ਵਿੱਚ। ਸੋ ਉਹ ਇੱਕ ਵੱਡੇ ਇਸ਼ੂਸ ਆ ਜਿਨ੍ਹਾਂ ਸਾਨੂੰ ਉਹਨਾਂ ਮੁੱਦਿਆਂ ਨਾਲ ਕੋਈ ਲਿੰਕ ਨਹੀਂ ਹੈਗਾ, ਕੋਈ ਕਨੈਕਸ਼ਨ ਨਹੀਂ ਹੈਗਾ। ਪਰ ਜਿਹੜੇ ਲੋਕ ਆ ਜਿਹੜੇ ਇਸ ਵੋਟ ਬੈਂਕ ਨੂੰ ਸ਼ਿਫਟ ਕਰਦੇ ਆ ਬਿਗਰ ਪੱਧਰ ਦੇ ਉੱਤੇ, ਉਹਨਾਂ ਵਾਸਤੇ ਮੁੱਦੇ ਬਹੁਤ ਵਧੀਆ। ਹੁਣ ਜਿਹੜੇ ਕਿਊਬੈਕ ਦੇ ਲੋਕ ਹੈਗੇ, ਉਹਨਾਂ ਵਾਸਤੇ ਆਪਣੇ ਇਸ਼ੂਸ ਹੈਗੇ ਆ, ਆਪਣਾ ਰਿਲੀਜਨ, ਆਪਣੀ ਜਿਹੜੀ ਭਾਸ਼ਾ ਹੈਗੀ ਆ। ਸੋ ਉਹ ਇਸ ਕਰਕੇ ਜਿਹੜੀ ਮੇਨ ਸਟਰੀਮ ਕਮਿਊਨਿਟੀ ਹੈਗੀ, ਆਲਵੇਸ ਹੀ ਜਿਹੜੀ ਡਰਾਈਵ ਕਰਦੀ ਹੈਗੀ ਫੋਰਸ, ਉਹ ਹੁੰਦੀ ਹੈ ਜੀ ਬੈਕ 'ਤੇ। ਗੁਰਪ੍ਰੀਤ ਸਿੰਘ ਜੀ, ਕਈ ਸਾਡੇ ਮੁੱਦੇ ਜਿਹੜੇ ਇਮੀਡੀਏਟ ਹੁੰਦੇ ਆ, ਗਨ ਵਾਇਲੈਂਸ ਆ, ਹਾਊਸਿੰਗ ਅਫੋਰਡੇਬਿਲਟੀ ਆ, ਕਈ ਲੌਂਗ ਟਰਮ ਵਾਲੇ ਹੁੰਦੇ, ਜਿਵੇਂ ਵਾਤਾਵਰਨ ਆ। ਵਾਤਾਵਰਨ ਦਾ ਮੁੱਦਾ ਐਤਕੀ ਬਹੁਤ ਜ਼ਬਰਦਸਤ ਸੀਗਾ, ਜਿੱਥੇ ਗ੍ਰੀਨ ਪਾਰਟੀ ਕਹਿੰਦੀ ਵੀ ਅਸੀਂ ਆਏ ਇਸ ਆਧਾਰ ਦੇ ਉੱਤੇ, ਅਤੇ ਲਿਬਰਲ ਪਾਰਟੀ ਕਹਿ ਰਹੀ ਵੀ ਅਸੀਂ ਵਾਤਾਵਰਨ ਦੇ ਮੁੱਦੇ ਦੇ ਉੱਤੇ ਗ੍ਰੀਨ ਪਾਰਟੀ ਨਾਲ ਵੀ ਜ਼ਿਆਦਾ ਸਾਡੇ ਕੋਲ ਪ੍ਰੋਗਰਾਮ ਹੈਗੇ ਆ। ਤੁਹਾਨੂੰ ਲੱਗਦਾ ਕਿ ਮੁੱਦਾ ਆਉਣ ਵਾਲੇ ਸਮੇਂ 'ਚ ਹੋਰ ਉੱਭਰਦਾ? ਬਿਲਕੁਲ ਜੀ, ਇਹ ਚੰਗੀ ਗੱਲ ਹੋਈ ਆ ਕਿ ਜਿਹੜੇ ਨੌਜਵਾਨ ਵੋਟਰ ਨੇ ਉਹ ਇਹ ਗੱਲ ਸਮਝਣ ਲੱਗੇ ਆ। ਇਹ ਜਿਹੜੀ ਇੱਕ ਗੱਲ ਕੀਤੀ ਜਾ ਰਹੀ ਸੀ ਕਿ ਗਲੋਬਲ ਵਾਰਮਿੰਗ ਆ ਜਾਣੀ ਆ, ਕਲਾਈਮੇਟ ਖਰਾਬ ਹੋ ਜਾਣਾ, ਐਤਕੀ ਲੋਕਾਂ ਨੇ ਅੱਖੀਂ ਦੇਖਿਆ, ਦੇਖ ਲਿਆ। 2 ਸਾਲ ਤੋਂ ਚੱਲ ਰਿਹਾ ਦੌਰ ਇਹ। ਪਰ ਐਤਕੀ ਦਾ ਜਦੋਂ 44 ਡਿਗਰੀ ਟੈਂਪਰੇਚਰ ਹੋਇਆ ਸਰੀ ਦੇ ਵਿੱਚ, ਵੈਨਕੂਵਰ 'ਚ, ਤੇ ਅੱਗਾਂ ਲੱਗੀਆਂ 300 ਤੋਂ ਵੱਧ, ਇੱਥੇ ਲੋਕਾਂ ਨੂੰ ਵਾਕਿਆ ਲੱਗਣ ਲੱਗ ਪਿਆ ਵੀ ਜਿਹੜੀ ਉਹ ਗੱਲ ਕਹਿੰਦੇ ਸੀਗੇ ਹੋਣ ਲੱਗੀ ਆ। ਇਸ ਕਰਕੇ ਕਲਾਈਮੇਟ ਦੇ ਮੁੱਦੇ ਦੇ ਉੱਤੇ ਗੱਲ ਹੋਈ ਆ, ਪਰ ਸੀਰੀਅਸ ਹੱਲੇ ਵੀ ਹੈ ਨਹੀਂ। ਇੱਦਾਂ ਨਹੀਂ ਕੋਈ ਹੈਗਾ ਮੈਨੂੰ ਲੱਗਦਾ ਵੋਟਰ ਜਿਹੜਾ ਉਹ ਸਿਰਫ ਕਲਾਈਮੇਟ ਦੇ ਮੁੱਦੇ ਦੇ ਉੱਤੇ ਵੋਟ ਜਿਹੜੀ ਆ ਉਹ ਪਾ ਦੂਗਾ। ਮੇਰੀਆਂ ਕਈ ਨੌਜਵਾਨਾਂ ਦੇ ਨਾਲ ਵੀ ਗੱਲਾਂ ਬਾਤਾਂ ਹੋਈਆਂ, ਉਹ ਕਹਿੰਦੇ ਜੀ ਕਲਾਈਮੇਟ ਦੇ ਮੁੱਦੇ ਸਾਨੂੰ NDP ਜਿਹੜੀ ਆ ਅਤੇ ਗ੍ਰੀਨ ਪਾਰਟੀ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਆ, ਪਰ ਇਕੱਲਾ ਕਲਾਈਮੇਟ ਵੀ ਕਹਿੰਦੇ ਇਸ਼ੂ ਹੈ ਨਹੀਂ ਗਾ ਜੇ ਰੋਟੀ ਖਾਣ ਨੂੰ ਪੈਸੇ ਨਾ ਹੋਏ। ਜਿਵੇਂ ਟੈਕਸ ਗਣਾ ਰਹੇ ਆ ਵੀ ਇਹ ਟੈਕਸ ਇੰਨੇ ਵਧਾ ਦੇਣੇ ਆ ਅਸੀਂ, ਉਹ ਕਹਿੰਦੇ ਵੀ ਜਿਹੜੀ $1.5 ਲੱਖ ਦੀ ਇਨਕਮ ਜਿਹੜੀ ਬੰਦੇ ਦੀ ਹੈਗੀ ਆ ਪੜ੍ਹ ਲਿਖ ਕੇ, ਇਹ ਉਹਨੂੰ ਵੀ ਸੁਪਰ ਅਮੀਰ ਕਹਿ ਰਹੇ ਆ ਵੀ ਇਹ ਤਾਂ ਹੁਣ ਧੱਕਾ ਹੈਗਾ ਆ। ਸੋ ਉਹਨਾਂ ਨੂੰ ਬੇਸ਼ੱਕ ਉਹ ਮੁੱਦੇ ਪਸੰਦ ਵੀ ਹੋਣ, ਪਰ ਉਹਨਾਂ ਦੇ ਨਾਲ ਤੁਰਨ ਲਈ ਰਾਜੀ ਇਸ ਕਰਕੇ ਨਹੀਂ ਹੈਗੇ ਕਿਉਂਕਿ ਉਹਨਾਂ ਦੀਆਂ ਹੋਰ ਨੀਤੀਆਂ ਜਿਹੜੀਆਂ ਉਹਨਾਂ ਨੂੰ ਪਸੰਦ ਨਹੀਂ ਹੈਗੀਆਂ। ਬਲਦੀਪ ਸਿੰਘ ਜੀ, ਜਿਹੜਾ ਇੱਕ ਹੋਰ ਮੁੱਖ ਮੁੱਦਾ ਇਹ ਸਾਰੇ ਕੁਛ ਦੇ ਵਿੱਚ ਸਾਨੂੰ ਦਿਸਦਾ ਆ, ਔਰਤਾਂ ਦਾ। ਜੂਡੀ ਵਿਲਸਨ ਪੋਲੀਟਿਕਸ ਛੱਡ ਗਈ ਸੀ ਵੀ
ਉਹ ਕਹਿੰਦੀ ਸੀ ਟੌਕਸਿਕ ਆ ਪਾਰਲੀਮੈਂਟ ਹੱਲ ਮੇਰੇ ਲਈ, ਉਹਦਾ ਵਾਤਾਵਰਣ ਠੀਕ ਨਹੀਂ ਹੈ। ਇੱਕ ਹੋਰ ਸੀ ਉਧਰੋਂ ਨੋਨਾਵਟ ਤੋਂ ਸ਼ਾਇਦ ਮੈਂਬਰ ਪਾਰਲੀਮੈਂਟ ਐਨਡੀਪੀ ਦੀ, ਉਹ ਵੀ ਕਹਿੰਦੀ ਸੀ ਮੈਂ ਮੁੜ ਕੇ ਵੋਟਾਂ 'ਚ ਨਹੀਂ ਆਉਣਾ, ਵੀ ਇੱਥੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਆ ਪਾਰਲੀਮੈਂਟ ਹਿੱਲ ਦੇ ਉੱਤੇ। ਇਹ ਕੀ ਮਾਮਲਾ ਆ ਵੀ ਲੋਕ ਇੱਦਾਂ ਵੀ ਨਿਕਲ ਜਾਂਦੇ ਆ? ਦੇਖੋ ਤੁਹਾਡੀ ਗੱਲ ਬਿਲਕੁਲ ਸਹੀ। ਹੁਣ ਸੋਚਣ ਵਾਲੀ ਗੱਲ ਹੈ ਕਿ ਹੁਣ ਇਲੈਕਸ਼ਨ ਦੇ ਆਖਰੀ ਦਿਨ ਹੈ ਜੀ, ਤੇ ਲਿਬਰਲ ਪਾਰਟੀ ਦੇ ਜਿਹੜੇ ਲੀਡਰ ਹੈ ਜਸਟਨ ਟਰੂਡੋ ਬਹੁਤਾ ਸਮਾਂ ਵੈਨਕੂਵਰ ਦੇ ਵਿੱਚ ਬਿਤਾ ਰਹੇ ਆ। ਇਸੇ ਕਰਕੇ ਉਸ ਚੀਜ਼ ਨੂੰ ਐਡਰੈਸ ਕਰਨ ਦੇ ਵਾਸਤੇ, ਕਿਉਂਕਿ ਜਿਹੜੀ ਰੇਬੋਲਡ ਹੁਣਾਂ ਨੇ ਜਿਹੜੀ ਆਪਣੀ ਨਵੀਂ ਕਿਤਾਬ ਕੱਢੀ ਉਹਦੇ ਵਿੱਚ ਉਹਨਾਂ ਨੇ ਜੋ ਕੁਝ ਟਿੱਪਣੀਆਂ ਕੀਤੀਆਂ ਇੰਡੀਅਨ ਇਨ ਕੈਬਨਿਟ, ਹਾਂਜੀ, ਉਹਦੇ ਤੋਂ ਕਾਫੀ ਸਪਸ਼ਟ ਹੁੰਦਾ ਕਿ ਔਰਤਾਂ ਦਾ ਉੱਥੇ ਕਿੰਨਾ ਕੁ ਸਨਮਾਨ। ਚਾਹੇ ਦੇਖੋ ਜਸਟਨ ਟਰੂਡੋ ਨੇ ਇਹ ਤੇ ਟਰਾਈ ਕੀਤੀ ਸੀ ਕਿ ਹਾਂ ਬੈਲੈਂਸ ਆਫ ਪਾਵਰ ਕਰਨ ਦੀ, ਕਿ ਜਿੰਨੀਆਂ ਔਰਤਾਂ ਉਨੇ ਬੰਦੇ ਜੀ, ਸੋ ਉਹ ਤਾਂ ਇੱਕ ਗੁੱਡ ਗੱਲ ਸੀ। ਪਰ ਜਿਹੜੇ ਬੰਦੇ ਨੂੰ ਅਸੀਂ ਉਸ ਕੈਬਨਿਟ ਦੇ ਵਿੱਚ ਕੰਮ ਕੀਤਾ, ਕਾਕਸ ਵਿੱਚ ਕੰਮ ਕੀਤਾ, ਉਹਨਾਂ ਦੇ ਨਾਲ ਜੋ ਸਲੂਕ ਹੋਇਆ ਰਾਈਟ, ਉਹ ਜਦੋਂ ਲੋਕਾਂ ਦੇ ਸਾਹਮਣੇ ਆ ਰਿਹਾ, ਸੋ ਲੋਕ ਵੇਖਦੇ ਆ ਕਿ ਸ਼ਾਇਦ ਜਸਟਨ ਟਰੂਡੋ ਦੇ ਦੋ ਫੇਸ ਆ, ਇੱਕ ਲੋਕਾਂ ਨੂੰ ਵਿਖਾਉਣ ਵਾਲਾ ਤੇ ਇੱਕ ਜਿਹੜਾ ਉਹ ਅੰਦਰ ਹੈ ਜੀ। ਸੋ ਜਿਹੜੀ ਰੇਬੋਲਡ ਹੈਗੀ, ਉਹਨੇ ਜਦੋਂ ਇਸ ਚੀਜ਼ ਨੂੰ ਰਿਵੀਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਦੂਸਰੇ ਵੀ ਜਿਹੜੇ ਕੇਸ ਹੋਏ ਆ, ਸੋ ਲੋਕ ਇਹ ਦੇਖਦੇ ਕਿ ਸ਼ਾਇਦ ਇਹ ਜਿਹੜੀ ਪਾਰਟੀ ਹੈਗੀ ਕਿਤੇ ਨਾ ਕਿਤੇ ਪੱਖਪਾਤ ਕਰਦੀ ਪਈ ਹੈ। ਦੇਖੋ ਜਿਹੜਾ ਸੈਕਸੁਅਲ ਮਿਸਕੰਡਕਟ ਹੋ ਰਿਹਾ ਫੌਜ ਦੇ ਵਿੱਚ ਜਾਂ ਆਰਸੀਐਮਪੀ ਦੇ ਵਿੱਚ ਹੋ ਰਿਹਾ ਜਾਂ ਪਬਲਿਕ ਸਰਵਿਸ ਦੇ ਵਿੱਚ ਹੋ ਰਿਹਾ, ਉਹ ਵੀ ਤਾਂ ਇੱਕ ਬਿਗਰ ਇਸ਼ੂ ਹੈ ਜੀ। ਸੋ ਉਹਨਾਂ ਨੂੰ ਜਿਹੜੀ ਸਰਕਾਰ ਹੈਗੀ ਉਹ ਕਿਸੇ ਤਰੀਕੇ ਨਾਲ ਐਡਰੈਸ ਨਹੀਂ ਕਰ ਪਾਈ, ਨਾ ਉਹਦਾ ਕੋਈ ਬਹੁਤ ਵਧੀਆ ਸੋਲੂਸ਼ਨ ਦੇ ਸਕੀ ਆ, ਨਾ ਉਹਦੇ ਬਾਰੇ ਕੋਈ ਏਡੀ ਵਧੀਆ ਇਨਕੁਆਇਰੀ ਹੋਈ ਆ। ਸੋ ਲੋਕ ਉਸ ਪਹਿਲੂ ਨੂੰ ਇੱਕ ਬਹੁਤ ਹੀ ਤਵੱਜੋ ਨਾਲ ਦੇਖ ਰਹੇ ਆ ਕਿ ਹਾਂ ਜਿਹੜੀ ਵੈਨਕੂਵਰ ਗ੍ਰੈਮਲ ਦੀ ਸੀਟ ਹੈਗੀ ਆ, ਉਹ ਵੀ ਇੱਕ ਡਿਸੀਜਨ ਬਹੁਤ ਵੱਡਾ ਹੋ ਸਕਦਾ ਕਿ ਸ਼ਾਇਦ ਕੋਈ ਸ਼ਿਫਟ ਹੋ ਜਾਵੇ, ਕਿਉਂਕਿ ਲੱਗਦੀ ਹੈਗੀ ਲਿਬਰਲ ਦੀ ਸੀਟ ਹੋਵੇ, ਪਰ ਸ਼ਾਇਦ ਰੇਬੋਲਡ ਦੇ ਕਰਕੇ ਸ਼ਾਇਦ ਉਹ ਸੀਟ ਜਿਹੜੀ ਸ਼ਿਫਟ ਵੀ ਹੋ ਜਾਵੇ। ਬਿਲਕੁਲ। ਤੇ ਇੱਕ ਉਹਨਾਂ ਬਾਰੇ ਵੀ ਜਿਹੜੀ ਗ੍ਰੈਨੂਅਲ ਵਾਲੀ ਸੀਟ ਬਾਰੇ ਵੀ ਗੱਲਬਾਤ ਕਰ ਰਹੇ ਜਿਹੜੇ ਤਲੀਬ ਮੁਹੰਮਦ ਉੱਥੋਂ ਹੈਗੇ ਆ, ਵੀ ਉਹਨਾਂ ਨੇ ਕਹਿੰਦੇ ਫਲਿੱਪ ਵੀ ਬਹੁਤ ਕੀਤੇ ਆ ਘਰ ਤੇ, ਉਹ ਵੀ ਇਹ ਕਿੱਦਾਂ ਐਡਰੈਸ ਕਰ ਸਕਦੇ ਆ ਇਸ ਸਿਸਟਮ ਨੂੰ, ਇਹ ਵੀ ਗੱਲਬਾਤ ਚੱਲਦੀ ਹੈ। ਬਿਲਕੁਲ, ਇਹ ਬੜਾ ਹੌਟ ਮੁੱਦਾ ਰਿਹਾ ਜੀ ਇਸ ਵਾਰੀ, ਵੀ ਦੀਵੇ ਥੱਲੇ ਹਨੇਰੇ ਵਾਲੀ ਗੱਲ ਆ। ਵੀ ਪ੍ਰੋਗਰਾਮ ਜਿਹੜਾ ਤੁਸੀਂ ਇਹ ਲਿਆ ਰਹੇ ਆ ਵੀ ਫਲਿੱਪਿੰਗ ਆਪਾਂ ਰੋਕਣੀ ਆ, ਤੁਹਾਡੇ ਜਿਹੜੇ ਆਪਣੇ ਉਮੀਦਵਾਰ ਹੈਗੇ ਆ ਉਹ ਵੀ ਕੁਝ ਕਰਦੇ ਰਹੇ ਆ। ਇਹਦਾ ਕੁਦਰਤੀ ਸੁੱਖ ਮਨਾਓ ਵੀ ਇੱਕ ਬੰਦੇ ਨਾਲ ਸਰ ਗਿਆ, ਤੇ ਜੇ ਕਿਤੇ ਮਾੜੀ ਜਿਹੀ ਖੋਜ ਹੋਰ ਕਰ ਲੈਂਦੇ, ਇੱਧਰ ਸਰੀ ਵੱਲ ਨੂੰ ਤੁਰ ਪੈਂਦੇ ਤਾਂ ਬਹੁਤ ਕੁਝ ਨਿਕਲਣਾ ਸੀ। ਤੇ ਉਦੋਂ ਕੀ ਘਰ ਕਹਿੰਦੇ ਸਾਲ ਦੇ ਵਿੱਚ ਵੇਚ ਦਿੱਤੇ? ਹਾਂਜੀ, 21 ਤਾਂ ਕੁਛ ਵੀ ਨਹੀਂ ਜੀ, ਉਹ ਤਾਂ ਛੋਟਾ ਮੱਛੀ ਵੱਡੇ ਵੱਡੇ ਮਗਰਮੱਛ ਬੈਠੇ ਆ ਜਿਨ੍ਹਾਂ ਨੇ 21 ਵੱਡੇ ਪ੍ਰੋਜੈਕਟ ਮੈਨੂੰ ਲੱਗਦਾ ਵੇਚ ਦਿੱਤੇ ਹੁਣ ਇੰਨਿਆਂ ਸਾਲਾਂ ਦੇ ਵਿੱਚ। ਉਹ ਤਾਂ ਉੱਧਰ ਤੁਰੇ ਨਹੀਂ ਹੱਲੇ, ਜਾਂ ਕਹਿ ਲਓ ਵੀ ਤੁਰ ਹੋਇਆ ਨਹੀਂ ਉਹਨਾਂ ਕੋਲੋਂ। ਉਸੇ ਕੈਂਡੀਡੇਟ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਆ ਲੱਗਾ ਰਿਹਾ। ਬਿਲਕੁਲ ਇਹ ਪਾਰਟੀਆਂ ਦੀ ਜਿਹੜੀ ਦੋਗਲੀ ਨੀਤੀ ਇਸ ਗੱਲ ਤੋਂ ਜਿਹੜੀ ਆ ਸਾਹਮਣੇ ਆਈ ਆ। ਤੇ ਬਾਕੀ ਜਿਹੜੀ ਆ ਗੱਲ ਇਹ ਆ ਕਿ ਫਿਰ ਉੱਥੇ ਆ ਜਾਂਦੀ ਆ ਕਿ ਸਾਡੇ ਵਾਸਤੇ ਉਹ ਮੁੱਦੇ ਨਹੀਂ ਹੈਗੇ। ਅਸੀਂ ਚਾਹੁੰਦੇ ਆ ਘਰ ਸਸਤੇ ਹੋ ਜਾਣ, ਅਸੀਂ ਚਾਹੁੰਦੇ ਆ ਵੀ ਸਾਰਿਆਂ ਨੂੰ ਘਰ ਮਿਲਣ, ਪਰ ਜਿਹਨਾਂ ਚੀਜ਼ਾਂ ਨਾਲ ਘਰ ਸਸਤੇ ਹੋਣੇ ਆ ਉਹ ਜਿਹੜੀਆਂ ਨੀਤੀਆਂ ਹੈ ਉਹ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੀਆਂ, ਤੇ ਨਾ ਅਸੀਂ ਉਹਨਾਂ ਨੀਤੀਆਂ ਨੂੰ ਸਮਝਣਾ ਚਾਹੁੰਦੇ ਆ। ਇੱਕ ਨਹੀਂ ਅਨੇਕਾਂ ਰਿਪੋਰਟਾਂ, ਤੁਸੀਂ ਵੀ ਇੱਕ ਦਿਨ ਇੱਥੇ ਬਜ਼ੁਰਗਾਂ ਨੂੰ ਪੁੱਛ ਕੇ ਆਏ ਸੀ ਪਾਰਕ ਵਿੱਚ, ਮੈਂ ਟੀਵੀ ਦੇਖ ਰਿਹਾ ਸੀਗਾ ਕੱਲ੍ਹ, CBC ਵਾਲਿਆਂ ਨੇ ਵੀ ਇੱਕ ਪੰਜਾਬੀ ਦੇ ਵਿੱਚ ਨਿਊਜ਼ ਕੀਤੀ ਆ। ਉਹਨਾਂ ਨੇ ਅੱਡ ਜਾ ਕੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਪੁੱਛਿਆ ਵੀ ਪੰਜਾਬੀਆਂ ਨੂੰ ਵੀ ਤੁਹਾਡੇ ਮੁੱਦੇ ਕੀ ਆ, ਤੇ ਬਜ਼ੁਰਗ ਜਿਹੜੇ ਆਮ ਬੈਠੇ ਜਿਹੜੇ ਵੋਟਰ ਆ ਅੱਧ ਖੰਡ ਜਿਹੜੇ ਆ, ਉਹ ਕਹਿੰਦੇ ਮੁੱਦਾ ਇਹ ਨਹੀਂ ਕੋਈ, ਉਹ ਕਹਿੰਦੇ ਇੱਥੇ ਥੋੜ੍ਹੀ ਮੁੱਦਾ, ਕੋਈ ਮੁੱਦੇ ਤਾਂ ਸਾਰੇ ਪੰਜਾਬ ਆ। ਸੋ ਉਹ ਹੁਣ ਵੋਟਰਾਂ ਨੇ ਵੋਟਾਂ ਪਾਉਣੀਆਂ, ਜਿਹਨਾਂ ਵਾਸਤੇ ਮੁੱਦੇ ਹੈ ਨਹੀਂ ਉਹਨਾਂ ਵਾਸਤੇ ਕੋਈ ਬੰਦਾ ਹੀ ਮੁੱਦਾ ਹੈਗਾ। ਇੱਕ ਬਲਦੀਪ ਸਿੰਘ ਜੀ, ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਦਾ ਮੁੱਦਾ ਸੀ, ਲੱਗਦਾ ਸੀ ਕਿ ਬਹੁਤ ਵੱਡੀ ਇਹਨੇ ਫੇਰ ਬਦਲ ਕਰ ਦੇਣਾ, ਨੁਕਸਾਨ ਕਰੂਗਾ ਕਿਸੇ ਪਾਰਟੀ ਦਾ, ਗੱਲਬਾਤ ਤੁਰੂਗੀ। ਉਹ ਉੱਠਿਆ ਵੀ ਇਲੈਕਸ਼ਨ ਤੋਂ ਬਹੁਤ ਪਹਿਲਾਂ, ਤੇ ਬਾਅਦ ਦੇ ਵਿੱਚ ਉਹਦੀ ਚਰਚਾ ਵੀ ਇੰਨੀ ਨਹੀਂ ਹੋਈ। ਕੀ ਲੱਗਦਾ ਸੀ? ਦੇਖੋ ਜਿਸ ਕਾਰਨ ਜਿਹੜਾ ਕਈ ਮੈਟਰ ਹੁੰਦੇ ਜੀ ਟਾਈਮ ਸੈਂਸਿਟਿਵ ਹੁੰਦੇ ਆ, ਕਿਉਂਕਿ ਇਹ ਜਿਹੜਾ ਮੈਟਰ ਸੀ ਬਹੁਤ ਜ਼ਿਆਦਾ ਸੰਜੀਦਾ ਸੀ, ਬਹੁਤ ਸੈਂਸਿਟਿਵ ਸੀਗਾ, ਇਮੋਸ਼ਨਲ ਸੀਗਾ, ਬਹੁਤ ਸਾਰੇ ਲੋਕਾਂ ਨਾਲ ਇਹ ਕਨੈਕਟਡ ਸੀਗਾ। ਜਦੋਂ ਇਲੈਕਸ਼ਨ ਕਾਲ ਹੋਈ ਉਹ ਤੋਂ ਥੋੜ੍ਹੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਹੋਇਆ ਜੀ। ਸੋ ਦੇਖੋ ਸਾਰੀਆਂ ਪਾਰਟੀਆਂ ਉਸ ਮੁੱਦੇ 'ਤੇ ਜਾਂ ਪੂਰੀ ਜਿਹੜੀ ਆ ਕੈਨੇਡੀਅਨ ਲੋਕ ਹੈਗੇ ਆ ਉਹਨਾਂ ਨੂੰ ਹਮਦਰਦੀ ਤਾਂ ਹੈ, ਪਰ ਇੰਨੇ ਥੋੜ੍ਹੇ ਸਮੇਂ 'ਚ ਕੁਝ ਹੋ ਨਹੀਂ ਸੀ ਸਕਦਾ। ਕੋਈ ਵੀ ਜਿਹੜੀ ਸਰਕਾਰ ਸੀ ਜਾਂ ਕੋਈ ਵੀ ਪਾਰਟੀ ਇਹੋ ਜਿਹਾ ਕੋਈ ਕੰਕਰੀਟ ਪਲੇਟਫਾਰਮ ਨਹੀਂ ਸੀ ਦੇ ਸਕਦੀ ਕਿ ਹਾਂ ਵੀ ਅਸੀਂ ਇੰਨੇ ਸਮੇਂ ਵਿੱਚ ਕੋਈ ਇਨਕੁਆਇਰੀ ਬਿਠਾ ਦੇਵਾਂਗੇ ਜਾਂ ਇੰਨੇ ਸਮੇਂ 'ਚ ਇਹਦੀ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਏਗੀ। ਸੋ ਉਹ ਟਾਈਮ ਸੈਂਸਿਟਿਵ ਹੋਣ ਦੇ ਕਰਕੇ ਜਿਹੜਾ ਮੁੱਦਾ ਸੀ ਉਹ ਬਹੁਤ ਵੱਡਾ ਇਸ਼ੂ ਨਹੀਂ ਬਣ ਸਕਿਆ। ਪਰ ਦੇਖੋ ਇਲੈਕਸ਼ਨ ਤੋਂ ਬਾਅਦ ਸ਼ਾਇਦ ਜਿਹੜੀ ਵੀ ਪਾਰਟੀ ਸਰਕਾਰ ਬਣਾਏਗੀ ਉਹਦੇ ਵਾਸਤੇ ਉਹ ਮੁੱਦਾ ਜਿਹੜਾ ਹੈਗਾ ਉਹ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਹੱਲ ਕਰਨਾ ਪਵੇਗਾ। ਦੂਜੀ ਗੱਲ ਮੈਂ ਇਹਦੇ ਵਿੱਚ ਐਡ ਇਹ ਕਰਨੀ ਚਾਹੁੰਦਾ ਵੀ ਮੁੱਦਾ ਤਾਂ ਬਣਦਾ ਜੇ ਦੂਜੀਆਂ ਪਾਰਟੀਆਂ ਦੇ ਲਈ ਉਹ ਬਹੁਤ ਅਹਿਮ ਮੁੱਦਾ ਹੁੰਦਾ। ਲਿਬਰਲ ਪਾਰਟੀ ਸੱਤਾ ਦੇ ਵਿੱਚ ਆ, ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹਦੇ ਖਿਲਾਫ ਆਲਵੇਜ਼ ਲੋਕ ਹੁੰਦੇ ਆ, ਕੁਛ ਨਾ ਕੁਛ ਐਂਟੀ ਇਨਕੰਬੈਂਸੀ ਜਿਹੜੀ ਉਹਨੂੰ ਆਪਾਂ ਕਹਿ ਦਿੰਦੇ ਆ, ਉਹ ਹੋਣੀ ਸੀਗੀ। ਪਰ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਕਿੰਨੀਆਂ ਕੁ ਸਕੀਆਂ? ਜਗਮੀਤ ਸਿੰਘ ਹੁਣੀ ਵੈਸੇ ਗੱਲ ਕਰਦੇ ਰਹੇ ਜੀ, ਗੱਲ ਹੀ ਕਰਦੇ ਰਹੇ ਹਨ। ਜੋ ਕੁਛ ਉਦੋਂ ਵੱਧ ਕੇ ਕੀਤਾ ਜਾਣਾ ਚਾਹੀਦਾ ਸੀਗਾ ਉਹ ਨਹੀਂ ਹੋ ਸਕਿਆ। ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਦਾ ਪਹਿਲਾਂ ਹੀ ਰੈਕਡ ਇਸ ਬਾਰੇ ਬੜਾ ਕਲੀਨ ਹੈ, ਉਹ ਤਾਂ ਵਿੱਚ ਸ਼ਾਮਲ ਰਹੇ ਆ। ਸੋ ਲਿਬਰਲ ਪਾਰਟੀ ਦੇ ਦੋਸ਼ ਲੱਗਣੇ, ਲੋਕੀ ਕਹਿੰਦੇ ਵੀ ਜੇ ਲਿਬਰਲ ਨੂੰ ਚਲੋ ਨਹੀਂ ਵੀ ਇਸ ਮੁੱਦੇ ਉੱਤੇ ਵੋਟ ਪਾਉਂਦੇ ਜਾਂ ਇਹਨਾਂ ਨੂੰ ਕੀ ਕਰਦੇ ਆ ਵੀ ਪਾਈਏ ਕਿਹਨੂੰ, ਵੀ ਉਹ ਵੀ ਉੱਦਾਂ ਦਾ ਹੀ ਆ। ਇਸ ਕਰਕੇ ਇਹ ਮੁੱਦਾ ਜਿਹੜਾ ਜ਼ਿਆਦਾ ਜ਼ੋਰ ਨਹੀਂ ਫੜ ਸਕਿਆ। ਬਾਕੀ ਜਿਵੇਂ ਬਲਦੀਪ ਨੇ ਕਿਹਾ ਵੀ ਹੋ ਸਕਦਾ ਚੋਣਾਂ ਤੋਂ ਬਾਅਦ
ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣੇ, ਕਿਉਂਕਿ ਹੱਲੇ ਵੀ ਹੋਰ ਜਿਹੜੀਆਂ ਜਾਂਚਾਂ ਹੋਣੀਆਂ ਆ, ਹੋਰ ਤੁਸੀਂ ਦੇਖੋਗੇ ਕਿ ਰੈਜ਼ੀਡੈਂਸ਼ੀਅਲ ਸਕੂਲ ਜਿਹੜੇ ਆ ਉਹਨਾਂ ਦੇ ਵਿੱਚੋਂ ਪਿੰਜਰ ਬਰਾਮਦ ਹੋਣਗੇ। ਇੱਕ ਹੋਰ ਗੱਲ ਦੱਸਿਓ ਆਖਰ ਦੇ ਵਿੱਚ ਇਹ ਪੁੱਛਣਾ ਚਾਹੁੰਦੇ ਆ ਕਿ ਇਸ ਵਾਰ ਜਿਹੜਾ ਇਹ ਜਿਹੜੇ ਮੁੱਦਿਆਂ ਤੋਂ ਪੋਲਿਟਿਕਸ ਜਿਹੜੀ ਸਾਰੀ ਵੋਟਾਂ ਦੀ ਇਹ ਗੱਲਬਾਤ ਸ਼ੁਰੂ ਹੋਈ ਸੀ, ਆਖਰ ਤੱਕ ਕੋਈ ਐਡਾ ਵੱਡਾ ਮੁੱਦਾ ਜਿਹੜਾ ਪਰਸਨਲ ਕਿਸੇ ਤੇ ਐਲੀਗੇਸ਼ਨ ਜਿੱਦਾਂ ਬਲੈਕ ਫੇਸ ਵਾਲਾ ਟਰੂਡੋ ਦਾ, ਜਸਟਨ ਟਰੂਡੋ ਦਾ ਪਿਛਲੀ ਵਾਰੀ ਗੱਲਬਾਤ ਸਾਹਮਣੇ ਆ ਗਈ ਸੀ, ਤੇ ਉਹ ਇਸ ਤਰ੍ਹਾਂ ਨਹੀਂ ਕੋਈ ਆਇਆ। ਤੇ ਦੂਜੀ ਗੱਲ, ਇੱਕ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਡਰ ਇਹ ਪੈਦਾ ਹੋ ਗਿਆ ਵੀ ਕੈਨੇਡਾ ਬਹੁਤ ਵੱਡੇ ਸੰਕਟ 'ਚ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿੰਨਾ ਵੱਡਾ ਡੈਟ ਆ, ਜੇ ਇੰਟਰਸਟ ਰੇਟ ਵੱਧ ਗਏ ਤੇ ਇੰਨਾ ਜ਼ਿਆਦਾ ਖਰਚਾ ਹੋ ਚੁੱਕਿਆ, ਇੰਨਾ ਜ਼ਿਆਦਾ ਲੋਕਾਂ ਨੂੰ ਵੰਡਿਆ ਜਾ ਚੁੱਕਿਆ, ਇਹ ਜਿਹੜੀ ਵੀ ਮਰਜ਼ੀ ਸਰਕਾਰ ਆਏਗੀ ਵੀ ਆਉਣ ਵਾਲਾ ਸਮਾਂ ਮਹਿੰਗਾਈ ਵਧਣੀ ਆ। ਇੱਕ ਮਤਲਬ ਉਹ ਨੰਬਰ ਦੱਸ ਰਿਹਾ ਜਿਹੜੇ ਕਦੇ ਸੁਣੇ ਵੀ ਨਹੀਂ ਆ। ਇੱਦਾਂ ਦਾ ਕੋਈ ਡਰ ਲੱਗਦਾ ਇਲੈਕਸ਼ਨ ਤੋਂ ਬਾਅਦ? ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਜੀ, ਉਹਦਾ ਤਾਂ ਇਹੀ ਹੈ ਵੀ ਮੁੱਦਾ ਜਿਹੜਾ ਕਿਉਂ ਨਹੀਂ ਵੱਡਾ ਆ। ਇਲੈਕਸ਼ਨ ਤਾਂ 1.5 ਸਾਲ ਬਾਅਦ ਫੇਰ ਹੋਣ ਲੱਗ ਪਈ। ਮੁੱਦੇ ਇਹਦੇ ਵਿੱਚ ਇਹ ਬਣਨੇ ਸੀਗੇ, ਉਹ 1.5 ਸਾਲ ਕਰੋਨਾ ਨੇ ਖਾ ਲਿਆ। ਜੀ ਜੀ, ਵਿਰੋਧੀ ਧਿਰ ਕੋਲ ਤਾਂ ਆਪ ਕੋ ਮੁੱਦਾ ਹੈ ਨਹੀਂ। ਜਿਹੜੇ ਪਹਿਲੇ ਮੁੱਦੇ ਸੀਗੇ ਉਹ ਪਹਿਲੀਆਂ ਇਲੈਕਸ਼ਨਾਂ ਵਿੱਚ ਹੀ ਉਹਨਾਂ ਨੇ ਚੱਕ ਲਿਆ ਸੀਗੇ, ਮੁੱਦਾ ਨਵਾਂ ਕੋਈ ਬਣਿਆ ਨਹੀਂ। ਸੋ ਜਿਹੜਾ ਲੈ ਦੇ ਕੇ ਹੁਣ ਇੱਕ ਮੁੱਦਾ ਅੱਜ ਉਹਨਾਂ ਨੇ ਬਣਾਇਆ ਕੰਜ਼ਰਵੇਟਿਵ ਨੇ, ਵੀ ਜਿਹੜੀ ਬਰਾਕ ਓਬਾਮਾ ਵੱਲੋਂ ਤੇ ਹਿਲਰੀ ਕਲਿੰਟਨ ਵੱਲੋਂ ਟਰੂਡੋ ਦੀ ਇੰਡੋਰਸਮੈਂਟ ਕੀਤੀ ਗਈ ਆ, ਉਹ ਕਹਿੰਦੇ ਤੁਸੀਂ ਇਸ ਗੱਲ ਦੀ ਸ਼ਲਾਘਾ ਕਰੀ ਜਾਂਦੇ ਆ, ਸਾਨੂੰ ਸਮਝ ਨਹੀਂ ਆਉਂਦੀ। ਆਪੇ ਤੁਸੀਂ ਕਹਿੰਦੇ ਵੀ ਫੋਰਨ ਇੰਟਰਫੇਰੈਂਸ ਚਾਹੀਦੀ ਨਹੀਂ ਹੈਗੀ, ਹੈ ਨਾ, ਵੀ ਇਹ ਕੀ ਗੱਲ ਹੋਈ ਵੀ ਤੁਸੀਂ ਜੇ ਤਾਂ ਕੋਈ ਹੋਰ ਕਰਦਾ ਉਹਨੂੰ ਕਹਿੰਦੇ ਤੁਸੀਂ ਫੋਰਨ ਇੰਟਰਫੇਰੈਂਸ ਆ, ਆਪ ਤੁਸੀਂ ਸ਼ਲਾਘਾ ਕਰੀ ਜਾਂਦੇ ਵੀ ਸਾਨੂੰ ਬਰਾਕ ਓਬਾਮਾ ਨੇ ਵੀ ਇੰਡੋਰਸ ਕਰਤਾ, ਹਿਲਰੀ ਕਲਿੰਟਨ ਨੇ ਵੀ ਕਰਤਾ। ਤੇ ਜਿਹੜੀ ਦੂਜਾ ਤੁਹਾਡਾ ਸਵਾਲ ਹੈ ਉਹ ਬਿਲਕੁਲ ਇਹ ਕੰਡਿਆਂ ਦਾ ਤਾਜ ਹੋਣਾ ਅਗਲੀ ਸਰਕਾਰ ਦੇ ਵਾਸਤੇ, ਕਿਉਂਕਿ ਹੱਲੇ ਕਰੋਨਾ ਖਤਮ ਨਹੀਂ ਹੋਇਆ ਹੈਗਾ, ਹੱਲੇ ਹੋਰ ਪੈਸੇ ਦੀ ਲੋੜ ਪੈਣੀ ਆ। ਜਿਹੜਾ ਉਹ ਰਿਜ਼ਰਵ ਫੰਡ ਜਿਹੜੇ ਮਕਾਤ ਤੇ ਵੰਡ ਕੇ ਉਹ ਭਰਨੇ ਕਿੱਦਾਂ ਆ? ਸਰਕਾਰ ਦੇ ਕੋਲੋਂ ਤਾਂ ਮੀਂਹ ਕਦੇ ਪੈਣਾ ਨਹੀਂ ਡਾਲਰਾਂ ਦਾ, ਆਪਾਂ ਤੁਸੀਂ ਜਿਹੜੇ ਆ ਉਹ ਟੈਕਸ ਕੱਟ ਕੇ ਦੇਣੇ ਆ। ਸੋ ਜਦੋਂ ਬੋਝ ਪੈਣਾ ਆ, ਇੰਟਰਸਟ ਰੇਟ ਵੀ ਵਧਣੇ ਆ, ਤੁਹਾਡੇ ਜਿਹੜੇ ਇਨਕਮ ਟੈਕਸ ਆ ਉਹ ਵੀ ਵਧਣੇ ਆ, ਬਿਜ਼ਨਸ ਟੈਕਸ ਵੀ ਵਧਣੇ ਆ, ਚਾਹੇ ਕੋਈ ਮਰਜ਼ੀ ਪਾਰਟੀ ਆ ਜਾਵੇ ਉਹ ਵਧਣੇ ਆ ਜੀ। ਜੀ ਬਲਦੀਪ ਸਿੰਘ ਜੀ, ਇਸੇ ਗੱਲ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਕੀ ਲੱਗਦਾ ਆਉਣ ਵਾਲਾ ਸਮਾਂ ਆਰਥਿਕ ਤੌਰ ਤੇ ਕੈਨੇਡਾ ਲਈ ਕਿੱਦਾਂ ਦਾ? ਦੇਖੋ, ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੋਏਗੀ ਕਿ ਲਿਬਰਲ ਜਿਹੜੀ ਪਾਰਟੀ ਹੈਗੀ ਕਿ ਜੇਕਰ ਮਿਨੋਰਟੀ ਵਿੱਚ ਫੇਰ ਆਏ, ਉਹ ਲੋਕਾਂ ਨੂੰ ਜਵਾਬਦੇਹ ਹੋਣਗੇ ਜੀ ਬਹੁਤ ਵੱਡੀ ਪੱਧਰ ਤੇ, ਕਿ ਜੋ ਉਹਨਾਂ ਨੇ ਇਹ ਸਾਰਾ ਕੁਝ 600-700 ਮਿਲੀਅਨ ਡਾਲਰ ਦਾ ਜੋ ਭਾਰਸ ਲੋਕਾਂ ਤੇ ਪਾਇਆ, ਉਹਦਾ ਜਵਾਬ ਦੇ ਕਿੱਦਾਂ ਦੇ ਦੇਣਗੇ ਕਿ ਜੇਕਰ ਮੈਜੋਰਟੀ ਸਰਕਾਰ ਨਹੀਂ ਬਣੀ। ਦੂਜਾ ਕੁਐਸਚਨ ਇਹ ਹੋਏਗਾ ਕਿ ਸਰਕਾਰ ਨੂੰ ਕੌਣ ਰਨ ਕਰੇਗਾ ਜੀ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਆਰਥਿਕ ਸੰਕਟ ਵੀ ਹੋ ਸਕਦਾ, ਕਿਉਂਕਿ ਜਿੰਨਾ ਡੈਟ ਸਾਡੇ ਉੱਤੇ ਹੈਗਾ, ਜਦੋਂ ਕੋਵਿਡ ਦੀ ਰਿਸਟ੍ਰਿਕਸ਼ਨਸ ਓਪਨ ਹੋਈਆਂ, ਕੋਈ ਜੌਬਸ ਕਿਤੇ ਹੈ ਨਹੀਂ, ਰੈਸਟੋਰੈਂਟ ਇੰਡਸਟਰੀ ਪੂਰੀ ਡੈਮੇਜ ਹੈ, ਕਰੂਜ਼ ਸ਼ਿਪ ਸਾਰੇ ਬੰਦ ਪਏ ਆ, ਟੂਰਿਜ਼ਮ ਇੰਡਸਟਰੀ ਖਤਮ ਹੋ ਰਹੀ ਹੈ, ਫਿਲਮ ਇੰਡਸਟਰੀ ਖਤਮ ਹੋ ਰਹੀ ਹੈ, ਸਮਾਲ ਬਿਜ਼ਨਸ ਬੰਦ ਹੋ ਰਹੇ ਜੀ। ਸੋ ਆਖਿਰਕਾਰ ਲੋਕਾਂ ਦਾ ਹੋਏਗਾ ਕੀ ਜੀ? ਪਾਪੂਲੇਸ਼ਨ ਹਰ ਸਾਲ ਲਗਾਤਾਰ ਵੱਧ ਰਹੀ ਆ। ਹੁਣ 4 ਲੱਖ ਬੰਦਾ ਹਰ ਸਾਲ ਦਾ ਜਿਹੜਾ ਕੋਟਾ ਹੈਗਾ ਉਹ ਕੈਨੇਡਾ ਦੇ ਵਿੱਚ ਐਸ ਇਮੀਗ੍ਰੈਂਟ ਦੇ ਤੌਰ ਤੇ ਆ ਰਿਹਾ। ਸੋ ਲੋਕਾਂ ਨੂੰ ਇਹਦੀ ਅਫੋਰਡੇਬਿਲਟੀ ਹੈਗੀ ਹੈ, ਕਾਸਟ ਆਫ ਲਿਵਿੰਗ ਹੈ, ਹੈਲਥ ਕੇਅਰ ਹੈ, ਫਾਰਮਾ ਕੇਅਰ ਹੈਗੀ, ਇਹਨਾਂ ਮੁੱਦਿਆਂ ਦੇ ਉੱਤੇ ਲੋਕ ਸਰਕਾਰ ਨੂੰ ਜਵਾਬਦੇਹ ਬਣਾਉਣਗੇ ਕਿ ਜੇਕਰ ਤੁਸੀਂ ਹੁਣ ਸਰਕਾਰ ਬਣਾਈ ਆ ਤੇ ਜਿਹੜੇ ਤੁਸੀਂ ਪ੍ਰੋਮਿਸ ਕਰ ਰਹੇ ਹੋ ਇਹਨਾਂ ਨੂੰ ਤੁਸੀਂ ਫੁੱਲਫਿਲ ਕਿਵੇਂ ਕਰੋਗੇ। ਜੀ ਗੁਰਪ੍ਰੀਤ ਸਿੰਘ ਜੀ, ਬਲਦੀਪ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਹੁਣ ਸੋਮਵਾਰ ਸ਼ਾਮ ਨੂੰ 5:30 ਵਜੇ ਦੁਬਾਰਾ ਫੇਰ ਇਕੱਠੇ ਹੋਵਾਂਗੇ। ਮਿਹਰਬਾਨੀ ਜੀ। ਮਿਹਰਬਾਨੀ ਜੀ। ਦੋਸਤੋ, ਸੋਮਵਾਰ ਸ਼ਾਮ ਇਲੈਕਸ਼ਨ ਵਾਲਾ ਦਿਨ 5:30 ਵਜੇ ਚੈਨਲ ਪੰਜਾਬੀ ਤੋਂ ਰਿਜ਼ਲਟ ਜਿਹੜੇ ਆਉਣੇ ਉਹਦਾ ਸਿੱਧਾ ਪ੍ਰਸਾਰਣ ਅਸੀਂ ਕਰਾਂਗੇ। ਕਿੱਥੋਂ ਕਿੱਥੋਂ ਜਦੋਂ ਨਤੀਜੇ, ਕਿਉਂਕਿ ਦੂਜੇ ਪਾਸਿਓਂ ਆਉਣੇ ਸ਼ੁਰੂ ਹੋ ਜਾਣੇ ਆ, ਆਪਣੇ ਇਲੈਕਸ਼ਨ ਲੇਟ ਬੰਦ ਹੋਣੀ ਆ। 5:30 ਵਜੇ ਪੈਸੀਫਿਕ ਟਾਈਮ, ਸਰੀ ਵਾਲਾ ਟਾਈਮ, ਸੋਮਵਾਰ ਚੈਨਲ ਪੰਜਾਬੀ ਦੇ ਉੱਤੇ ਗੁਰਪ੍ਰੀਤ ਸਿੰਘ ਸੋਤਾ, ਬਲਦੀਪ ਸਿੰਘ ਤੇ ਮੈਂ ਲਾਈਵ ਤੁਹਾਡੇ ਨਾਲ ਸ਼ਾਮਲ ਹੋਵਾਂਗੇ। ਸਾਡੀਆਂ ਐਡਮਿੰਟਨ ਦੇ ਵਿੱਚ ਟੀਮਸ, ਕੈਲਗਰੀ ਦੇ ਵਿੱਚ, ਟੋਰਾਂਟੋ ਦੇ ਵਿੱਚ, ਐਬਸਫੋਰਡ ਦੇ ਵਿੱਚ, ਸਰੀ ਦੀਆਂ ਵੱਖ-ਵੱਖ ਰਾਈਡਿੰਗਸ ਦੇ ਵਿੱਚ ਕਿੱਥੇ ਕਿੱਥੇ ਜਿੱਤਦੇ ਆ, ਕਿਹੜੇ ਹਾਲ ਦੇ ਵਿੱਚ ਕੀ ਹੋ ਰਿਹਾ, ਕਿੱਥੇ ਹਾਰ ਆ, ਕਿੱਥੇ ਜਿੱਤ ਆ ਤੇ ਕੀ ਜਸ਼ਨ ਮੰਨ ਰਿਹਾ, ਉਹ ਸਾਰਾ ਸਿੱਧਾ ਪ੍ਰਸਾਰਣ 4-5 ਘੰਟੇ ਜਿੰਨਾ ਚਿਰ ਵੀ ਨਤੀਜੇ ਨਹੀਂ ਆਉਂਦੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।